ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਸਤਿਗੁਰਾਂ ਨੇ ਗੁਰਬਾਣੀ ਗੁਰੂ ਰਾਹੀਂ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਾਨੂੰ ਸਮਝਾਉਂਦੇ ਵੀ ਇਹ ਸੰਸਾਰ ਦੇ ਵਿੱਚ ਜਦੋਂ ਜੀਵ ਆਪਦੀ ਮੱਤ ਦੁਆਰਾ ਚੱਲਦਾ, ਉਦੋਂ ਉਸ ਨੂੰ ਗੁਰਬਾਣੀ ਗੁਰੂ ਵਿੱਚ ਮਨਮੁਖ ਸਾਖਤ ਉਸ ਨੂੰ ਆਖੀ। ਸਾਖਤ ਦਾ ਕਿੱਦਾਂ ਦਾ ਵਿਹਾਰ ਹੈ, ਸੰਸਾਰ ਦੇ ਵਿੱਚ ਉਹਦਾ ਕਿੱਦਾਂ ਦਾ ਸੁਭਾਅ ਬਣ ਜਾਂਦਾ। ਸਤਿਗੁਰੂ ਕਹਿੰਦੇ ਜੇ ਉਹਨੂੰ ਆਪਾਂ ਉਹਦੇ ਭਲੇ ਵਾਸਤੇ ਉਹਨੂੰ ਚੰਗੀ ਗੱਲ ਆਖੀ, ਉਹਨੂੰ ਉਹ ਬੁਰੀ ਲੱਗਦੀ। ਤੁਸੀਂ ਉਹਨੂੰ ਆਖੋਗੇ ਵੀ ਸਿਮਰਨ ਕਰੋ, ਸੰਗਤ ਕਰੋ, ਉਹ ਜਿਹੜਾ ਸਾਖਤ ਹੈ ਉਹਨੂੰ ਉਹ ਤੁਹਾਡੀ ਗੱਲ ਕਹੀ ਹੋਈ ਹੈ ਚੰਗੀ ਨਹੀਂ ਲੱਗੇਗੀ। ਜਦੋਂ ਆਪਾਂ ਸੱਚ ਬੋਲਾਂਗੇ, ਸੱਚ ਕਹਿੰਦੇ ਵਾਹਿਗੁਰੂ ਨੂੰ, ਪਰਮਾਤਮਾ ਨੂੰ, ਜਦੋਂ ਆਪਾਂ ਸਿਮਰਨ ਕਰਾਂਗੇ, ਸੱਚ ਦੀ ਗੱਲ ਕਰਾਂਗੇ ਮਾਲਕ ਦੀ, ਉਹਨੂੰ ਇੱਦਾਂ ਲੱਗੇਗਾ ਵੀ ਜਿਵੇਂ ਉਹਦੇ ਡੰਗ ਵੱਜਿਆ ਹੋਵੇ, ਉਹਨੂੰ ਬਿੱਖ ਜ਼ਹਿਰ ਚੜ੍ਹਦਾ। ਉਹ ਨਹੀਂ ਬੁੱਝਦਾ ਵੀ ਇਹ ਖੇਲ ਨੂੰ ਮੈਂ ਕਿਵੇਂ ਜਿੱਤਣਾ ਅਤੇ ਕਿਵੇਂ ਹਾਰਨਾ। ਇਹ ਮਹਾਰਾਜ ਕਹਿੰਦੇ ਵੀ ਸਾਖਤ ਜੀਵ ਹੈ ਜਿਹੜਾ ਮਨਮੁਖ, ਉਹਦਾ ਜੀਵਨ ਉਹਦੇ ਸੁਭਾਅ ਬਾਰੇ ਦੱਸਦੇ। ਮਹਾਰਾਜ ਫਰਮਾਉਂਦੇ ਜੋ ਭਲਾਈ ਸੋ ਬੁਰਾ ਜਾਣੇ, ਵੀ ਜਿਹੜੀ ਉਹਦੇ ਭਲੇ ਦੀ ਗੱਲ ਉਹਨੂੰ ਬੁਰੀ ਲੱਗਦੀ। ਸਾਜ ਕਹੇ ਸੋ ਵਿਖੇ ਸਮਾਨੇ, ਜਾਣੇ ਨਾਹੀਂ ਜੀਤ ਔਰ ਹਾਰ, ਇਹੋ ਬਲੇਵਾ ਸਾਖਤ ਸੰਸਾਰ। ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਕਹਿੰਦੇ ਵੀ ਸਾਖਤ ਦਾ ਇੱਦਾਂ ਦਾ ਸੁਭਾਅ ਹੈ ਸੰਸਾਰ ਦੇ ਵਿੱਚ, ਬਈ ਤੁਸੀਂ ਉਹਨੂੰ ਚੰਗਾ ਆਖੋਗੇ ਵੀ ਸਿਮਰਨ ਕਰੋ, ਉਹਨੂੰ ਬੁਰਾ ਲੱਗੇਗਾ ਵੀ ਮੈਨੂੰ ਕਾਹਤੋਂ ਕਹਿੰਦੇ ਸਿਮਰਨ ਕਰੋ। ਤੁਸੀਂ ਉਹਨੂੰ ਆਖੋਗੇ ਵੀ ਸੰਗਤ ਕਰੋ ਅਤੇ ਉਹਨੂੰ ਬੁਰਾ ਲੱਗੇਗਾ ਵੀ ਮੈਨੂੰ ਕਾਹਤੋਂ ਕਹਿੰਦੇ ਸੰਗਤ 'ਚ ਜਾਣ। ਸਤਿਗੁਰੂ ਕਹਿੰਦੇ ਤੁਸੀਂ ਸੱਚ ਦੀ ਗੱਲ ਕਰਦੇ ਹੋ, ਉਹਨੂੰ ਜਿਹੜੀ ਉਹ ਬਿੱਖ ਜ਼ਹਿਰ ਚੰਗੀ ਲੱਗਦੀ,
ਉਹਨੂੰ ਮਾਲਕ ਦੀ ਸਿਫਤ ਸਲਾਹ ਨਹੀਂ, ਉਹਨੂੰ ਨਿੰਦਿਆ ਚੁਗਲੀ ਕਰਨੀ, ਉਹਨੂੰ ਦੂਸਰੇ ਦੀ ਬੁਰਾਈ ਕਰਨੀ, ਉਹਨੂੰ ਦੂਸਰੇ ਦੇ ਔਗਣ ਫਰੋਲਣੇ ਉਹ ਚੰਗੇ ਲੱਗਦੇ ਸੀ। ਹੁਣ ਉਹ ਨਹੀਂ ਜਾਣਦਾ ਵੀ ਮੈਂ ਇਹ ਖੇਲ ਨੂੰ ਕਿਵੇਂ ਜਿੱਤਣਾ ਅਤੇ ਕਿਵੇਂ ਮੈਂ ਹਾਰਦਾ। ਜਾਣੇ ਨਹੀਂ ਵੀ ਉਹ ਨਹੀਂ ਜਾਣਦਾ ਜਿੱਤ ਅਤੇ ਹਾਰ। ਇਹ ਫਿਰ ਮਹਾਰਾਜ ਕਹਿੰਦੇ ਵੀ ਸਾਕਤ ਦਾ ਜੀਵਨ ਮਨਮੁਖ ਹੈ ਜਿਹੜੀ ਤਾਂ ਸੱਚੀ ਗੱਲ ਮਾਲਕ ਦੀ ਉਹਨੂੰ ਰੱਤੀ ਭਰ ਨਹੀਂ ਲੱਗਦੀ। ਜਿਹੜਾ ਝੂਠ ਹੈ ਝੂਠ ਨੂੰ ਸੱਚ ਕਰਕੇ ਮੰਨਤ। ਮਹਾਰਾਜ ਫਰਮਾਉਂਦੇ ਝੂਠ ਬਾਤ ਸਾ ਸੱਚ ਕਰ ਜਾਤੀ, ਸੱਚ ਹੋਵੇ ਸੋ ਲੱਗੇ ਨਾ ਰੱਤੀ। ਬਈ ਜਦੋਂ ਅਸੀਂ ਸੱਚ ਦੀ ਮਾਲਕ ਦੀ ਗੱਲ ਕਰਾਂਗੇ ਉਹਨੂੰ ਰੱਤੀ ਭਰਨੀ ਚੰਗੀ ਲੱਗਦੀ। ਝੂਠ ਦੀਆਂ ਗੱਲਾਂ ਮਾਇਆ ਦੀਆਂ ਕੂੜ ਦੀਆਂ ਉਹਨਾਂ ਨੂੰ ਸੱਚ ਕਰਕੇ ਮੰਨਿਆ ਹੋਇਆ ਸੰਸਾਰ ਨੂੰ। ਔਰ ਇਸ ਵਾਸਤੇ ਫਿਰ ਭਗਤਾਂ ਦਾ ਅਤੇ ਸੰਸਾਰੀਆਂ ਦਾ ਮਹਾਰਾਜ ਕਹਿੰਦੇ ਤਾਈਓ ਆਪਸ ਵਿੱਚ ਫਿਰ ਇਹਨਾਂ ਦਾ ਜੋੜ ਘੱਟ ਹੁੰਦਾ। ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਇਹ ਨਹੀਂ ਜੋੜ ਆਉਂਦਾ ਕਿਉਂਕਿ ਸਾਕਤ ਨੇ ਗੱਲ ਹੀ ਪੁੱਠੀ ਕਰਨੀ। ਉਹਨੂੰ ਭਲਾਈ ਦੀ ਗੱਲ ਪਤਾ ਹੀ ਨਹੀਂ, ਉਹਨੂੰ ਭਲਾਈ ਦੀ ਗੱਲ ਬੁਰੀ ਲੱਗਦੀ। ਸਿਮਰਨ ਕਰਾਂਗੇ ਉਹਨੂੰ ਬੁਰਾ ਲੱਗਦਾ, ਸੰਗਤ ਕਰਾਂਗੇ ਨਹੀਂ ਚੰਗੀ ਲੱਗਦੀ, ਸੱਚ ਦੀ ਗੱਲ ਕਰਾਂਗੇ ਉਹਨੂੰ ਨਹੀਂ ਚੰਗੀ ਲੱਗਦੀ, ਉਹਨੂੰ ਬਿੱਖ ਜ਼ਹਿਰ ਚੰਗਾ ਲੱਗਦਾ। ਇਸ ਕਰਕੇ ਫਿਰ ਭਗਤਾਂ ਦਾ ਇਹ ਸੰਸਾਰੀਆਂ ਇਹ ਸਾਰੇ ਖੇਲ ਉਲਟ ਜਾਂਦੇ। ਹੁਣ ਤਾਈਓ ਫਿਰ ਜਦੋਂ ਆਪਾਂ ਇਸ ਮਾਰਗ ਦੇ ਉੱਤੇ ਚੱਲਦੇ ਗੁਰਬਾਣੀ ਗੁਰੂ ਦੇ ਦੱਸੇ ਹੋਏ ਸੀ, ਇਹਦੇ ਉੱਤੇ ਵਿਰਲੇ ਵਿਰਲੇ ਜੀਵ ਚੱਲਦੇ, ਬਹੁਤ ਥੋੜ੍ਹੇ। ਜ਼ਿਆਦਾ ਜਿਹੜੀ ਭੀੜ ਉਹ ਧਾਤ ਦੇ ਰਸਤੇ 'ਤੇ ਲੱਗੀ ਹੋਈ ਹੈ। ਧਾਤ ਦਾ ਰਸਤਾ ਕਹਿੰਦੇ ਵੀ ਜਿਹੜਾ ਅੱਗੇ ਜੂਨਾਂ 'ਚ ਜਾਂਦਾ। ਜਿਹੜੇ ਜੀਵ ਧਾਤ ਦੇ ਰਸਤੇ 'ਤੇ ਚੱਲਦੇ ਉਹਨਾਂ ਦੇ ਅੰਦਰ ਫਿਰ ਵੈਰ ਵਿਰੋਧ ਹੁੰਦਾ। ਉਹ ਇੱਕ ਦੂਸਰੇ ਨਾਲ ਲੜਾਈਆਂ ਝਗੜੇ ਕਰਦੇ, ਇੱਕ ਦੂਸਰੇ ਦੀ ਨਿੰਦਿਆ ਕਰਦੇ। ਇਹ ਫਿਰ ਜਿਹੜੇ ਧਾਤ ਦੇ ਰਸਤੇ 'ਤੇ ਚੱਲਦੇ ਮਹਾਰਾਜ ਸਾਨੂੰ ਉਹਨਾਂ ਦੀ ਨਿਸ਼ਾਨੀ ਦੱਸਦੇ। ਵੈਰ ਵਿਰੋਧ, ਕਾਮ ਕ੍ਰੋਧ ਮੋਹ, ਝੂਠ ਬੇਕਾਰ ਮਹਾਂ ਲੋਭ ਤਿਰੋ, ਇਹ ਆਹੂੰ ਜੁਗਤ ਬਿਹਾਨੇ ਕਈ ਜਨ। ਔਰ ਜਿਹੜੇ ਜੀਵੇ ਧਾਤ ਦੇ ਰਸਤੇ 'ਤੇ ਚੱਲਦੇ ਉਹਨਾਂ ਦੇ ਅੰਦਰ ਹੀ ਸਾਰਾ ਕੁਛ ਹੁੰਦਾ। ਹੁਣ ਆਪਾਂ ਜਦੋਂ ਲਿਵ ਦੇ ਮਾਰਗ 'ਤੇ ਚੱਲਦੇ ਹਾਂ ਆਪਾਂ ਨੂੰ ਇਹ ਸਾਰਾ ਕੁਛ ਛਡਾਇਆ ਜਾਂਦਾ। ਬਈ ਜੇ ਅਸੀਂ ਹੁਣ ਆਪਦੇ ਜੀਵਨ ਦਾ ਲਾਹਾ ਖੱਟਣਾ ਚਾਹੁੰਦੇ ਫਿਰ ਸਾਨੂੰ ਸੰਤ ਜਨ ਸਮਝਾਉਂਦੇ ਵੀ ਦੋ ਰਾਹ ਨੇ, ਦੋ ਰਸਤੇ ਨੇ, ਦੋ ਮਾਰਗ। ਇੱਕ ਰਸਤਾ ਹੈ ਲਿਵ ਦਾ, ਦੂਸਰਾ ਰਸਤਾ ਹੈ ਧਾਤ ਦਾ। ਜਿਹੜਾ ਦਾ ਧਾਤ ਦਾ ਰਸਤਾ ਇਹ ਸਾਕਤਾਂ ਦਾ ਮਨਮੁਖਾਂ ਦਾ ਰਾਹ ਹੈ, ਇਹ ਅੱਗੇ ਜੂਨਾਂ 'ਚ ਜਾਂਦਾ। ਜਿਹੜਾ ਵੀ ਜੀਵੇ ਰਾਹ ਦੇ ਉੱਤੇ ਚੱਲਦਾ ਉਹਦਾ ਮਨ ਹਮੇਸ਼ਾ ਦੁਖੀ ਹੀ ਰਹਿੰਦਾ, ਉਹ ਅਸ਼ਾਂਤ ਹੀ ਰਹਿੰਦਾ। ਉਹਨਾਂ ਦੇ ਮਨਾਂ 'ਚ ਕਲੇਸ਼, ਉਹਨਾਂ ਦੇ ਤਨ 'ਚ ਕਲੇਸ਼, ਉਹਨਾਂ ਦੇ ਪਰਿਵਾਰ 'ਚ ਕਲੇਸ਼, ਇਹ ਫਿਰ ਕਲਾ ਕਲੇਸ਼ ਪਿਆ ਹੀ ਰਹਿੰਦਾ ਜਿਹੜੇ ਧਾਤ ਦੇ ਰਾਹ 'ਤੇ ਚੱਲਦੇ। ਸਾਨੂੰ ਫਿਰ ਸੰਤ ਜਾਣੇ ਰਸਤਾ ਛਡਾ ਦਿੰਦੇ। ਉਹ ਕਹਿੰਦੇ ਵੀ ਇਹ ਰਾਹ 'ਤੇ ਨਹੀਂ ਜਾਣਾ, ਜੇ ਤੁਸੀਂ ਇਹ ਰਾਹ 'ਤੇ ਚੱਲੋਗੇ ਤੁਸੀਂ ਲੁੱਟੇ ਜਾਓਗੇ, ਜੀਵਨ ਦੀ ਬਾਜੀ ਨੂੰ ਹਾਰ ਜਾਓਗੇ ਅਤੇ ਤੁਸੀਂ ਦੁਖੀ ਹੋਵੋਗੇ, ਸ਼ਾਂਤ ਹੋਵੋਗੇ। ਮਹਾਰਾਜ ਇਸ ਲਈ ਫਰਮਾਉਂਦੇ ਜੈ ਪੈਂਡੇ ਲੂਟੀ ਪਨਹਾਰੀ, ਸੋ ਮਾਰਗ ਸੰਤ ਅੰਦਰਾਰੀ। ਬਈ ਜਿਹੜੇ ਪੈਂਡੇ 'ਤੇ ਜਿਹੜੇ ਰਾਹ 'ਤੇ ਚੱਲਦੇ ਹੋਏ ਅਸੀਂ ਜੀਵਨ ਦੀ ਬਾਜੀ ਨੂੰ ਹਾਰ ਹੀ ਜਾਣਾ ਹੈ, ਫਿਰ ਮਹਾਰਾਜ ਕਹਿੰਦੇ ਤੁਸੀਂ ਇਹ ਰਸਤਾ ਹੀ ਛੱਡ ਦਿਓ। ਜਿਹੜੇ ਰਾਹ 'ਤੇ ਸਾਨੂੰ ਪਤਾ ਵੀ ਅਸੀਂ ਲੁੱਟੇ ਹੀ ਜਾਣਾ, ਜਿਹੜੇ ਰਾਹ 'ਤੇ ਚੱਲ ਕੇ ਅਸੀਂ ਇੰਨੇ ਲੰਮੇ ਸਮੇਂ ਬਾਅਦ ਸਾਨੂੰ ਮਾਨਸ ਜਾਮਾ ਮਿਲੇ, ਜੇ ਅਸੀਂ ਮਾਨਸ ਜਾਮੇ ਨੂੰ ਹਾਰ ਹੀ ਜਾਣਾ ਹੈ ਜੂਏ ਦੇ ਵਿੱਚ, ਫਿਰ ਉਹ ਕਹਿੰਦੇ ਰਸਤਾ ਹੀ ਛੱਡ ਦਿਓ, ਰਸਤੇ 'ਤੇ ਜਾਓ ਹੀ ਨਾ ਜਦੋਂ ਪਤਾ ਵੀ ਲੁੱਟੇ ਜਾਓਗੇ।
ਫਿਰ ਜੇ ਅਸੀਂ ਉਹਨਾਂ ਦਾ ਕਹਿਣਾ ਮੰਨ ਕੇ ਇਹ ਰਸਤਾ ਛੱਡ ਕੇ ਅਸੀਂ ਲਿਵਦੇ ਰਸਤੇ 'ਤੇ ਚੱਲਦੇ ਹਾਂ, ਜਿਹਨੂੰ ਸੰਤ ਮਾਰਗ ਕਹਿੰਦੇ। ਫਿਰ ਜਦੋਂ ਅਸੀਂ ਇਹ ਮਾਰਗ 'ਤੇ ਚੱਲਾਂਗੇ, ਜਿਹੜੇ ਧਾਤ ਦੇ ਰਾਹ 'ਤੇ ਚੱਲਦੇ ਤੇ ਇਹ ਮਾਰਗ ਫਿਰ ਉਹਨਾਂ ਦੇ ਉਲਟ ਹੈ। ਉਹਨਾਂ ਦੇ ਉਲਟ ਹੋਣ ਕਰਕੇ ਤਾਂਹੀਓ ਫਿਰ ਜੀਵ ਉਹਨਾਂ ਗੁਰਮੁਖਾਂ ਦੇ ਖਿਲਾਫ ਹੋ ਜਾਂਦੇ, ਉਹਨਾਂ ਦੇ ਉਲਟ ਹੋ ਜਾਂਦੇ ਜਿਹੜੇ ਲਿਵਦੇ ਰਸਤੇ 'ਤੇ ਚੱਲਦੇ। ਕਿਉਂਕਿ ਜ਼ਿਆਦਾ ਜਿਹੜੀ ਭੀੜ ਲੱਗੀ ਉਹ ਧਾਤ ਦੇ ਰਸਤੇ 'ਤੇ ਲੱਗੀ ਹੈ, ਅਤੇ ਭੀੜ ਪ੍ਰਭਾਵਿਤ ਕਰਦੀ ਜੀਵ। ਜਦੋਂ ਇੰਨੀਆਂ ਭਤੀਰਾਂ ਘਤੀਆਂ ਹੋਣ ਜੀਵਾਂ ਨੇ ਇੱਕ ਪਾਸੇ ਨੂੰ, ਅਤੇ ਉਹਨਾਂ ਤੋਂ ਉਲਟ ਜੀਵ ਕੋਈ ਵਿਰਲਾ ਚੱਲਦਾ, ਫਿਰ ਉਹ ਜੀਵਾਂ ਨੂੰ ਵੀ ਲੱਗਦਾ ਵੀ ਇਹ ਜਿੱਧਰ ਨੂੰ ਇੰਨਾ ਸਾਰਾ ਜਾ ਰਹੇ ਨੇ ਵੀ ਇੰਨੇ ਤਾਂ ਨਹੀਂ ਗਲਤ ਹੋ ਸਕਦੇ, ਵੀ ਜਿੱਧਰ ਨੂੰ ਕੋਈ ਇੱਕ ਅੱਧਾ ਜਾਂਦਾ ਉਹ ਤਾਂ ਕਰਕੇ ਫਿਰ ਉਹ ਜਿਹੜੇ ਇਹ ਧਾਤ ਦੇ ਰਸਤੇ 'ਤੇ ਚੱਲਦੇ ਤੇ ਜਿਹੜੇ ਉਹਨਾਂ ਤੋਂ ਉਲਟ ਚੱਲਦੇ ਉਹ ਉਹਨਾਂ ਨੂੰ ਕਮਲੇ ਕਹਿੰਦੇ। ਵੀ ਦੇਖੋ ਇਹ ਕਮਲੇ, ਸਾਰਾ ਸਮਾਜ ਇੱਧਰ ਨੂੰ ਜਾ ਰਿਹਾ ਅਤੇ ਉਲਟ ਚੱਲ ਰਹੇ ਨੇ, ਦੂਜੇ ਪਾਸੇ ਨੂੰ ਜਾ ਰਹੇ ਨੇ। ਔਰ ਇਸ ਕਰਕੇ ਫਿਰ ਮਹਾਰਾਜ ਸਮਝਾਉਂਦੇ ਵੀ ਇਹ ਰਸਤੇ 'ਤੇ ਚੱਲਣ ਵਾਸਤੇ ਸਾਨੂੰ ਜਿਉਂਦੇ ਜੀ ਮਰਨਾ ਪੈਂਦਾ। ਜੇ ਅਸੀਂ ਜਿਉਂਦੇ ਰਵਾਂਗੇ ਤਾਂ ਫਿਰ ਅਸੀਂ ਇਹ ਰਸਤੇ 'ਤੇ ਚੱਲ ਨਹੀਂ ਸਕਦੇ, ਕਿਉਂਕਿ ਸਾਨੂੰ ਭੀੜ ਜਿਹੜੀ ਉਹ ਪ੍ਰਭਾਵਿਤ ਕਰੇਗੀ ਅਤੇ ਸਾਨੂੰ ਰੋਕਣ ਵਾਲੇ ਅੱਗੇ ਬੜੇ। ਬਈ ਸਾਰੇ ਤਾਂ ਇੱਧਰ ਨੂੰ ਚੱਲ ਰਹੇ, ਤੁਸੀਂ ਪੁੱਠੇ ਹੀ ਚੱਲਦੇ। ਹੁਣ ਉਹਨਾਂ ਨੂੰ ਕੌਣ ਸਮਝਾਵੇ ਵੀ ਪੁੱਠੇ ਤਾਂ ਤੁਸੀਂ ਚੱਲਦੇ। ਔਰ ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਇਹ ਵਿਰਲੇ ਗੁਰਮੁਖ ਨੇ ਜਿਹੜੇ ਮਾਰਗ ਦੇ ਉੱਤੇ ਚੱਲਦੇ ਰਮਾਉਂਦੇ। ਇਸ ਲਈ ਜੱਗ ਮੈਂ ਉਤਮ ਕਾਢੀਏ ਵਿਰਲੇ ਕਹੀ ਗਏ, ਵੀ ਬਹੁਤ ਥੋੜ੍ਹੇ ਵਿਰਲੇ ਜਿਹੜੇ ਇਸ ਮਾਰਗ ਦੇ ਉੱਤੇ ਚੱਲਦੇ, ਫਿਰ ਉਹਨਾਂ ਨੂੰ ਵੱਡੇ ਭਾਗਾਂ ਵਾਲੇ ਵੀ ਆਖੇ। ਮਾਰੇ ਕਹਿੰਦੇ ਬੜ ਭਾਗੀ ਨੇ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਬੜ ਭਾਗੀ ਪਾਏ। ਹੁਣ ਸਾਨੂੰ ਫਿਰ ਸਮਝਾਉਂਦੇ ਵੀ ਇਹ ਰਸਤੇ 'ਤੇ ਚੱਲਦੇ ਹੋਏ ਲਿਵਦੇ 'ਤੇ ਜਦੋਂ ਅਸੀਂ ਚੱਲਾਂਗੇ ਇਹਦੇ 'ਤੇ ਸਾਨੂੰ ਆਪਣਾ ਆਪਾ ਵਾਰਨਾ ਪੈਂਦਾ, ਆਪਣਾ ਆਪਾ ਖਤਮ ਕਰਨਾ ਪੈਂਦਾ, ਆਪਣਾ ਆਪਾ ਮਿਟਾਉਣਾ ਪੈਂਦਾ, ਬਈ ਤਾਂ ਕਿ ਸਾਡੇ ਅੰਦਰ ਰੱਤੀ ਭਰ ਵੀ ਆਪਣਾ ਆਪਾ ਬਚੇ ਹੀ ਨਾ, ਅਸੀਂ ਮਰ ਹੀ ਜਾਈਏ। ਹੁਣ ਮਹਾਰਾਜ ਕਹਿੰਦੇ ਵੀ ਜੀਵਨ ਮੁਕਤ ਵੀ ਉਹ ਹੈ ਫਿਰ ਜਿਨ੍ਹਾਂ ਨੇ ਜਿਉਂਦੇ ਜੀ ਮਰਨਾ ਸਿੱਖ ਲਿਆ। ਜੀਵਤ ਵੀ ਜਿਹੜੇ ਮਰ ਗਏ, ਜੀਵਨ ਮੁਕਤ ਸੋ ਆਖੀਏ, ਮਰ ਜੀਵੇ ਮਰੀਏ। ਬਈ ਜਿਹੜੇ ਗੁਰਮੁਖ ਹੁੰਦੇ ਉਹਨਾਂ ਨੂੰ ਤਾਈਓ ਫਿਰ ਮਰ ਜੀਵੜੇ ਕਹਿੰਦੇ, ਭਗਤ ਤੇਰੇ ਮਰ ਜੀਵੜੇ। ਹੁਣ ਮਰੇ ਹੋਏ ਨੂੰ ਕੋਈ ਦੁੱਖ ਨਹੀਂ ਹੁੰਦਾ। ਜਿਵੇਂ ਸੰਸਾਰ 'ਚ ਆਪਾਂ ਦੇਖਦੇ ਹਾਂ ਕੋਈ ਜੀਵ ਮਰ ਜਾਂਦਾ, ਮਰੇ ਕੋਲ ਜਿਵੇਂ ਮਰਜ਼ੀ ਖੁਸ਼ੀਆਂ ਮਨਾਈ ਚੱਲੋ, ਮਰੇ ਕੋਲ ਜਿਵੇਂ ਮਰਜ਼ੀ ਰੋਈ ਪਿੱਟੀ ਚੱਲੋ, ਉਹਨੂੰ ਕੋਈ ਫਰਕ ਨਹੀਂ, ਉਹਨੂੰ ਕੋਈ ਅਸਰ ਨਹੀਂ। ਜਿਹੜਾ ਮਾਰੀ ਗਿਆ ਉਹਨੂੰ ਕੋਈ ਫਰਕ ਨਹੀਂ ਪੈਂਦਾ। ਤਾਈਓ ਮਹਾਰਾਜ ਕਹਿੰਦੇ ਵੀ ਜਿਹੜਾ ਮ੍ਰਿਤਕ ਜੀਵ ਹੈ ਬਈ ਉਹਨੂੰ ਚਾਹੇ ਤਾਂ ਤੁਸੀਂ ਚੰਦਨ ਦੀ ਲੱਕੜਾਂ 'ਤੇ ਪਾ ਦਿਓ ਸੰਸਕਾਰ ਕਰਨ ਵਾਸਤੇ, ਚਾਹੇ ਮਰੇ ਹੋਏ ਨੂੰ ਵੈਸਟਾ ਗੰਦਗੀ ਦੇ ਵਿੱਚ ਰਲਾਈ ਫਿਰੋ, ਚਾਹੇ ਉਹਨੂੰ ਰੋੜੀ ਫਿਰੋ, ਉਹਦਾ ਕੁਛ ਘਟ ਨਹੀਂ ਜਾਂਦਾ। ਕਿਉਂਕਿ ਜਿਹੜਾ ਉਹਦੇ ਵਿੱਚ ਉਹ ਮਹਿਸੂਸ ਕਰਨ ਵਾਲਾ ਸੀ ਉਹ ਤਾਂ ਚਲਾ ਹੀ ਗਿਆ, ਉਹਨੂੰ ਛੱਡ ਕੇ। ਮਹਾਰਾਜ ਇਸ ਲਈ ਫਰਮਾਉਂਦੇ ਜੇ ਮ੍ਰਿਤਕ ਕੋ ਚੰਦਨ ਚੜਾਵੇ ਉਸ 'ਤੇ ਕਹੋ ਕਵਨ ਫਲ ਪਾਵੇ। ਜੇ ਮ੍ਰਿਤਕ ਕੋ ਵੈਸਟਾ ਮੇਰ ਲਾਈ ਤਾਂ ਮ੍ਰਿਤਕ ਕਿਆ ਘਟ ਜਾਈ। ਬਈ ਜੇ ਮਰੇ ਨੂੰ ਚੰਦਨ ਦੀ ਲੱਕੜ 'ਤੇ ਪਾ ਦੇ ਉਹਨੂੰ ਤਾਂ ਵੀ ਉਹਦਾ ਕੋਈ ਲਾਭ ਨਹੀਂ, ਚਾਹੇ ਉਹਨੂੰ ਵੈਸਟਾ ਗੰਦਗੀ 'ਚ ਸੁੱਟ ਦਿਓ ਉਹਨੂੰ ਤਾਂ ਵੀ ਉਹਦਾ ਕੋਈ ਫਰਕ ਨਹੀਂ ਪੈਂਦਾ, ਉਹਦਾ ਕੁਛ ਘਟਦਾ ਨਹੀਂ ਉਹਨੂੰ। ਔਰ ਇਸੇ ਤਰ੍ਹਾਂ ਹੀ ਸਾਨੂੰ ਕਹਿੰਦੇ ਵੀ ਸਾਡਾ ਮਨ ਹੈ ਜਿਹੜਾ ਇਹਨੂੰ ਅਸੀਂ ਜਿਉਂਦੇ ਜੀ ਮਾਰਨਾ, ਇਹਦਾ ਆਪਣਾ ਆਪਾਂ ਖਤਮ ਹੋ ਜੇ। ਹੁਣ ਇੱਕ ਤਾਂ ਹੁੰਦੀ ਤਨ ਦੀ ਮੌਤ, ਸਰੀਰ ਦੀ ਮੌਤ ਦੁਬਾਰਾ ਅਸੀਂ ਨਹੀਂ ਮਰਦੇ। ਤਨ ਦੀ ਮੌਤ ਜਦੋਂ ਹੋ ਜਾਂਦੀ ਆਪਾਂ ਫਿਰ ਵੀ ਜਿਉਂਦੇ ਰਹਿੰਦੇ, ਆਪਾਂ ਮਰਦੇ ਨਹੀਂ। ਆ ਗਏ ਆਪਾਂ ਨੂੰ ਤਨ ਤਾਂ ਪਤਾ ਨਹੀਂ ਕਿੰਨੀ ਕੁ ਵਾਰ ਮਿਲੇ। ਜਿਉਂ ਆਪਾਂ ਸਤਿਯੁਗ ਤੋਂ ਚੱਲੇ ਹਾਂ
ਪਤਾ ਨਹੀਂ ਕਿਹੜੀਆਂ ਕਿਹੜੀਆਂ ਜੂਨਾਂ ਦੇ ਵਿੱਚੋਂ ਆਪਾਂ ਹੁੰਦੇ ਆ ਰਹੇ ਹਾਂ। ਕਿੰਨਾ ਸਾਨੂੰ ਇਹ ਆਕਾਰ, ਕਿੰਨੇ ਕੱਪੜੇ ਮਿਲੇ ਸਨ। ਹੁਣ ਜਦੋਂ ਇਹ ਸਰੀਰ ਦੇ ਵਿੱਚ ਸਮਾਂ ਖਤਮ ਹੁੰਦਾ ਹੈ, ਸਾਨੂੰ ਇੱਕ ਸਰੀਰ 'ਚੋਂ ਕੱਢਦੇ ਦੂਜਾ ਕੱਪੜਾ ਦੇ ਦਿੰਦੇ। ਹੁਣ ਆਪ ਤਾਂ ਮਰਦੇ ਹੀ ਨਹੀਂ। ਹੁਣ ਇਹ ਤਾਂ ਸਿਰਫ ਕੱਪੜਾ ਲਾਇਆ, ਸਰੀਰ ਖਤਮ ਹੋ ਗਿਆ ਅਤੇ ਆਪਾਂ ਤਾਂ ਮਰੇ ਹੀ ਨਾ ਵਿੱਚ ਜਿਹੜੇ ਅੰਦਰ ਵੱਸਦੇ ਸੀ। ਹੁਣ ਆਪਾਂ ਨੂੰ ਆਹ ਕੱਪੜਾ ਮਿਲ ਗਿਆ। ਹੁਣ ਜੇ ਇਹ ਕੱਪੜਾ ਵੀ ਅਸੀਂ ਨਹੀਂ ਆਪਦੇ ਆਪ ਲਾਉਣਾ ਸਿੱਖਿਆ, ਨਹੀਂ ਅਸੀਂ ਇਹ ਤੋਂ ਦੇਹ ਤੋਂ ਵਧੇ ਹੋਣਾ ਸਿੱਖਿਆ, ਜਦੋਂ ਸਾਡਾ ਸਮਾਂ ਖਤਮ ਹੋਏਗਾ ਸਾਨੂੰ ਇਹ ਵੀ ਕੱਪੜਾ ਲਾ ਦੇਣਗੇ। ਜੇ ਅਸੀਂ ਨਹੀਂ ਆਪਦੇ ਘਰ ਦਾ ਭੇਦ ਲਿਆ, ਨਹੀਂ ਜਿਉਂਦੇ ਜੀ ਮਰਨਾ ਸਿੱਖਿਆ, ਫਿਰ ਸਾਨੂੰ ਹੋਰ ਕੋਈ ਕੱਪੜਾ ਦੇ ਦੇਣਗੇ ਦੁਬਾਰਾ, ਫਿਰ ਨਵਾਂ ਆਕਾਰ ਦੇ ਦੇਣਗੇ। ਆਪਾਂ ਮਰੇ ਤਾਂ ਹੈ ਹੀ ਨਾ, ਮਰਦੇ ਤਾਂ ਹੈ ਨਹੀਂ ਆਪਾਂ। ਇਉਂ ਮਾਰੇ ਹੀ ਕਹਿੰਦੇ ਨਾ ਕੋਈ ਮਰੇ ਨਾ ਆਵੇ ਜਾਇਆ, ਕਹੋ ਨਾਨਕ ਗੁਰ ਭਰਮ ਚੁਕਾਇਆ। ਗੁਰੂ ਸਾਡਾ ਇਹ ਭਰਮ ਖਤਮ ਕਰ ਦਿੰਦਾ ਵੀ ਕੋਈ ਜੰਮਦਾ ਮਰਦਾ ਨਹੀਂ। ਕਿਉਂਕਿ ਆਪਾਂ ਜਿਹੜਾ ਇਹ ਸਰੀਰ ਸਿਰਫ ਇਹ ਕੱਪੜਾ ਬਦਲਦੇ, ਮਾਨੇ ਜਿਹੜਾ ਕੋਈ ਮਰਨ ਵਾਲੀ ਚੀਜ਼ ਨਹੀਂ ਹੈ, ਆਪਾਂ ਮਰਦੇ ਨਹੀਂ। ਹੁਣ ਜ਼ਿਆਦਾ ਸਾਡੀ ਜੋਤ 'ਚ ਜੋਤ ਮਿਲ ਸਕਦੀ ਹੈ, ਅਸੀਂ ਆਪਣਾ ਆਪ ਮਿਟਾ ਕੇ ਮਾਲਕ ਦੇ ਵਿੱਚ ਸਮਾ ਜਾਈਏ। ਜੇ ਅਸੀਂ ਨਹੀਂ ਮਾਲਕ 'ਚ ਸਮਾਉਂਦੇ, ਨਹੀਂ ਸ਼ਬਦ ਗੁਰੂ 'ਚ ਸਮਾਉਂਦੇ, ਨਾਮ 'ਚ, ਫਿਰ ਅਸੀਂ ਅੱਗੇ ਹੋਰ ਕੱਪੜਾ ਦੇ ਦੇਣਗੇ, ਆਪਾਂ ਉਹੀ ਰਵਾਂਗੇ, ਮਨ ਉਹੀ ਰਹੇਗਾ। ਮਹਾਰਾਜ ਇਸ ਲਈ ਫਰਮਾਉਂਦੇ ਜੋ ਤੂੰ ਹਾਂ ਜੋਗ ਤੇ ਸਹਿ ਸਹਿ ਕਾਇਆ ਫਿਰ ਪਲਟੀਏ। ਬਈ ਜੋਤ ਉਹੀ ਇੱਕ, ਆਪਾਂ ਕਾਇਆ ਪਲਟ ਜਾਂਗੇ, ਆਕਾਰ ਕੋਈ ਹੋਰ ਦੇ ਦੇਣਗੇ। ਜਿਵੇਂ ਹੁਣ ਇਸ ਤੋਂ ਪਹਿਲਾਂ ਆਪਾਂ ਨੂੰ ਕੋਈ ਹੋਰ ਆਕਾਰ ਮਿਲਿਆ ਹੋਇਆ ਸੀ, ਜੇ ਹੁਣ ਅਸੀਂ ਨਹੀਂ ਪਰਮਾਤਮਾ ਦੇ ਵਿੱਚ ਸਮਾਵਾਂਗੇ, ਨਹੀਂ ਆਪਦੇ ਅਸਲ ਘਰ ਦਾ ਭੇਤ ਲਵਾਂਗੇ, ਤਾਂ ਫਿਰ ਕੋਈ ਹੋਰ ਕੱਪੜਾ ਦੇ ਦੇਣਗੇ। ਜਦੋਂ ਇੱਕ ਕੱਪੜੇ ਤੋਂ ਦੂਸਰਾ ਕੱਪੜਾ ਦਿੰਦੇ, ਇਹ ਕੁਦਰਤ ਦਾ ਅਸੂਲ ਹੈ, ਉਹਨੂੰ ਪਿਛੋਕੜ ਭੁਲਾ ਦਿੰਦੇ। ਸਾਨੂੰ ਪਿਛਲਾ ਜਨਮ ਚੇਤੇ ਨਹੀਂ ਰਹਿੰਦਾ। ਜਿਵੇਂ ਹੁਣ ਨਹੀਂ ਆਪਾਂ ਨੂੰ ਪਤਾ ਵੀ ਇਸ ਤੋਂ ਪਹਿਲਾਂ ਸਾਡਾ ਜਨਮ ਕਿੱਥੇ ਸੀ, ਅਸੀਂ ਕਿਹੜੇ ਆਕਾਰ 'ਚੋਂ ਆਏ ਹਾਂ, ਕਿੱਥੋਂ ਆਏ ਹਾਂ, ਸਾਡਾ ਪਿਛੋਕੜ ਕੀ ਹੈ। ਜਦ ਤੱਕ ਅਸੀਂ ਜਾਗਦੇ ਨਹੀਂ, ਸਾਡਾ ਮਨ ਜਾਗਦਾ ਨਹੀਂ, ਉਹਨਾਂ ਸਮਾਂ ਸਾਨੂੰ ਆਪਦਾ ਨਾ ਦਾ ਪਿਛੋਕੜ ਪਤਾ ਲੱਗਦਾ ਵੀ ਅਸੀਂ ਕਿੱਥੋਂ ਆਏ, ਨਾ ਸਾਨੂੰ ਆਪਦਾ ਭਵਿੱਖ ਪਤਾ ਲੱਗਦਾ ਵੀ ਅਸੀਂ ਅੱਗੇ ਜਾਣਾ ਕਿੱਥੇ। ਹੁਣ ਇਸ ਵਾਸਤੇ ਫਿਰ ਸਤਿਗੁਰੂ ਆਪਾਂ ਨੂੰ ਸਮਝਾਉਂਦੇ ਵੀ ਜਾਂਦਾ, ਹੁਣ ਜਿਵੇਂ ਆਪਾਂ ਸੰਸਾਰ 'ਚ ਦੇਖਦੇ ਹਾਂ ਵੀ ਕੋਈ ਜੀਵ ਦੇਹ ਛੱਡ ਜਾਂਦਾ, ਮਰ ਜਾਂਦਾ। ਹੁਣ ਉਹ ਮਰਿਆ ਹੋਇਆ ਸਾਨੂੰ ਆ ਕੇ ਦੱਸਦਾ ਨਹੀਂ ਵੀ ਅੱਗੇ ਉਹਦੇ ਨਾਲ ਕੀ ਬੀਤੀ, ਕੀ ਹਾਲਤ ਹੋਈ ਉੱਥੇ। ਇਹ ਨਾ ਹੀ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵੀ ਅਕਸਰ ਨੂੰ ਸਾਰੀ ਉਮਰ ਸਾਡੇ ਨਾਲ ਰਹੇ ਅਤੇ ਹੁਣ ਗਏ ਤੇ ਗਏ ਕਿੱਥੇ ਨੇ। ਜੇ ਤਾਂ ਸਾਡਾ ਆਤਮਿਕ ਪਿਆਰ ਹੋਵੇ, ਜੇ ਤਾਂ ਸਾਡਾ ਸੱਚਾ ਪ੍ਰੇਮ ਹੋਵੇ, ਫਿਰ ਤਾਂ ਅਸੀਂ ਉਹਨਾਂ ਨੂੰ ਲੱਭੀਏ, ਫਿਰ ਤਾਂ ਅਸੀਂ ਉਹਨਾਂ ਦਾ ਪਿੱਛਾ ਕਰੀਏ ਵੀ ਗਏ ਤੇ ਗਏ ਕਿੱਥੇ। ਪਰ ਸਾਡਾ ਸਿਰਫ ਜਦੋਂ ਮਾਇਆ ਤੱਕ ਪਿਆਰ ਹੁੰਦਾ ਝੂਠਾ, ਫਿਰ ਅਸੀਂ ਥੋੜ੍ਹਾ ਸਮਾਂ ਤਾਂ ਵਿਰਾਗ ਕਰਦੇ ਹਾਂ, ਰੋਂਦੇ ਰਹਿੰਦੇ ਹਾਂ, ਪਰ ਕਿੰਨਾ ਕੁ ਸਮਾਂ ਰੋਵਾਂਗੇ, ਅਖੀਰ ਨੂੰ ਤਾਂ ਸਾਨੂੰ ਰੋਣਾ ਚੁੱਪ ਕਰਨਾ ਹੀ ਪੈਣਾ। ਕਿਉਂਕਿ ਸਾਡੇ ਵਾਸਤੇ ਜਿਹੜਾ ਇਹ ਕੀਤਾ ਹੋਇਆ ਵਿਰਾਗ, ਇਹ ਕੋਈ ਮਾਇਨੇ ਨਹੀਂ ਰੱਖਦਾ। ਜਿਹੜਾ ਜੀਵ ਚਲਾ ਗਿਆ ਉਹਨੂੰ ਤਾਂ ਪਤਾ ਹੀ ਨਹੀਂ ਵੀ ਮੈਂ ਕਿੱਥੋਂ ਆਇਆ। ਜਿਵੇਂ ਹੁਣ ਆਪਾਂ ਨੂੰ ਨਹੀਂ ਪਤਾ ਵੀ ਇਸ ਤੋਂ ਪਹਿਲਾਂ ਸਾਡਾ ਜੀਵਨ ਕਿਹੜਾ ਸੀ, ਕਿੱਥੋਂ ਆਏ ਹਾਂ ਅਸੀਂ। ਜੇ ਆਪਾਂ ਨੂੰ ਮੰਨ ਲਓ ਵੀ ਚਲੋ ਮਾਨਸ ਜਾਮਾ ਵੀ ਪਹਿਲਾਂ ਆਪਾਂ ਨੂੰ ਮਿਲਿਆ ਹੋਏਗਾ, ਅਤੇ ਮਾਨਸ ਜਾਮੇ ਵਿੱਚ ਵੀ ਜਿਵੇਂ ਆਪਣਾ ਹੁਣ ਪਰਿਵਾਰ ਹੈ, ਉਦੋਂ ਪਰਿਵਾਰ ਹੋਏਗਾ, ਆਪਣੇ ਮਾਂ ਪਿਓ ਹੋਣਗੇ, ਭੈਣ ਭਰਾ ਹੋਣਗੇ, ਧੀਆਂ ਪੁੱਤਰ ਹੋਣਗੇ। ਹੁਣ ਜਦੋਂ ਆਪਾਂ ਦੇਹ ਛੱਡੀ ਹੋਏਗੀ ਅਤੇ ਆਪਾਂ ਨੂੰ ਕੁਝ ਨਹੀਂ ਚੇਤੇ ਵੀ ਸਾਡਾ ਦੇਹ ਛੱਡਣ ਤੋਂ ਮਗਰੋਂ ਕਿਹਨੇ ਬਹੁਤਾ ਰੋਇਆ, ਕਿਹਨੇ ਜ਼ਿਆਦਾ ਵਿਰਾਗ ਕੀਤਾ। ਕਿਉਂਕਿ ਉਹ ਚੀਜ਼ਾਂ ਸਾਡੇ ਵਾਸਤੇ ਕੋਈ ਮਾਇਨੇ ਨਹੀਂ ਰੱਖਦੀਆਂ, ਕਿਉਂਕਿ ਸਾਨੂੰ ਭੁੱਲ ਜਾਂਦਾ, ਸਾਨੂੰ ਯਾਦ ਨਹੀਂ ਰਹਿੰਦਾ। ਅਤੇ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਵੇਂ ਹੁਣ ਅਸੀਂ ਜਦੋਂ ਚਲੇ ਜਾਵਾਂਗੇ ਸਾਨੂੰ ਆਹ ਭੁੱਲ ਜਾਣਾ,
ਵੀ ਸਾਡਾ ਪਰਿਵਾਰ ਕਿਹੜਾ ਸੀ। ਇਹ ਤਾਂ ਆਪਾਂ ਨੂੰ ਰੋਜ਼ ਦੀ ਰੋਜ਼ ਭੁੱਲ ਜਾਂਦਾ। ਦੇਖੋ ਹੁਣ ਰੋਜ਼ ਦਾ ਰੋਜ਼ ਖੇਲ, ਰਾਤ ਨੂੰ ਜਦੋਂ ਆਪਾਂ ਸੌਂ ਜਾਂਦੇ ਹਾਂ, ਦੇਹ ਤੋਂ ਵਧੇਹ ਹੋ ਜਾਂਦੇ, ਆਪਾਂ ਨੂੰ ਹੁਣ ਭੁੱਲ ਜਾਂਦਾ, ਹਾਲਾਂਕਿ ਹਜੇ ਸਵਾਸ ਚੱਲ ਰਹੇ ਨੇ। ਫਿਰ ਵੀ ਸਾਨੂੰ ਨਹੀਂ ਯਾਦ ਰਹਿੰਦਾ ਵੀ ਸਾਡਾ ਕਿਹੜਾ ਪਰਿਵਾਰ ਹੈ, ਸਾਡੇ ਮਾਂ ਪਿਓ ਕੌਣ ਨੇ, ਕਿੰਨੇ ਅਸੀਂ ਭੈਣ ਭਰਾਵਾਂ, ਸਾਡੇ ਧੀਆਂ ਪੁੱਤਰ ਕੌਣ ਨੇ, ਸਾਡਾ ਨਾਂ ਕੀ ਹੈ, ਸਭ ਕੁਛ ਆਪਾਂ ਨੂੰ ਭੁੱਲ ਜਾਂਦਾ। ਹਾਲਾਂਕਿ ਸਵਾਸ ਚੱਲ ਰਹੇ ਨੇ, ਹਜੇ ਆਪਣਾ ਸਮਾਂ ਖਤਮ ਨਹੀਂ ਹੋਇਆ। ਸਿਰਫ ਹਜੇ ਆਪਾਂ ਇਹ ਦੇਹ ਤੋਂ ਵਧੇਹੀ ਹੋਏ ਹਾਂ, ਹਜੇ ਇਹ ਸਰੀਰ ਨੂੰ ਛੱਡੇ ਹੀ। ਜੇ ਹੁਣ ਹੀ ਆਪਾਂ ਨੂੰ ਭੁੱਲ ਜਾਂਦਾ ਤੇ ਜਦੋਂ ਆਪਾਂ ਸਦਾ ਵਾਸਤੇ ਸਰੀਰ ਨੂੰ ਛੱਡ ਦਾਂਗੇ, ਫਿਰ ਸਾਨੂੰ ਕਿੱਥੇ ਚੇਤਾ ਰਹਿਣਾ ਵੀ ਕੌਣ ਸਾਡੇ ਮਾਂ ਪਿਓ ਨੇ, ਕੌਣ ਸਾਡੇ ਭੈਣ ਭਰਾ ਨੇ, ਕੌਣ ਸਾਡੇ ਧੀਆਂ ਪੁੱਤਰ ਨੇ, ਸਭ ਭੁੱਲ ਜਾਂਦੇ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਇਹ ਭੇਦ ਸਾਨੂੰ ਫੇਰ ਆ ਸਕਦਾ ਜੇ ਹੁਣ ਅਸੀਂ ਜਾਗਾਂਗੇ। ਬਈ ਇੱਕ ਤਾਂ ਸੰਸਾਰ 'ਚੋਂ ਜੀਵ ਜਦੋਂ ਚਲਾ ਜਾਂਦਾ, ਉਹ ਸਾਨੂੰ ਆ ਕੇ ਦੱਸਦਾ ਨਹੀਂ ਵੀ ਅੱਗੇ ਉਹਦੇ ਨਾਲ ਕੀ ਹਾਲਤ ਹੋਈ। ਹੁਣ ਜਾਂ ਤਾਂ ਕੋਈ ਜਿਉਂਦੇ ਜੀ ਮਰਿਆ ਹੋਵੇ, ਮਰਨ ਤੋਂ ਬਾਅਦ ਉਹ ਫਿਰ ਜਿਉਂਦਾ ਹੋਇਆ ਹੋਵੇ, ਉਹ ਫਿਰ ਸਾਨੂੰ ਦੱਸ ਸਕਦਾ ਬਈ ਅੱਗੇ ਕੀ ਹੁੰਦਾ, ਅੱਗੇ ਮਰਨ ਤੋਂ ਬਾਅਦ ਕਿੱਥੇ ਜੀਵ ਜਾਂਦਾ, ਉਹਦੇ ਨਾਲ ਕੀ ਬੀਤਦੀ ਹੈ, ਕਿਹੜੇ ਰਸਤੇ ਜਾਂਦੇ। ਹੁਣ ਜਿਹੜੇ ਗੁਰਮੁਖ ਹੁੰਦੇ, ਸੰਤ ਸਾਧੂ ਹੁੰਦੇ, ਗੁਰਸਿੱਖ ਹੁੰਦੇ, ਉਹਨਾਂ ਨੇ ਜਿਉਂਦੇ ਜੀ ਮਰਨਾ ਸਿੱਖਿਆ ਹੁੰਦਾ। ਉਹ ਪਹਿਲਾਂ ਜਿਉਂਦੇ ਜੀ ਮਰਦੇ ਸ਼ਬਦ ਵਰ, ਫਿਰ ਮਰਨ ਤੋਂ ਬਾਅਦ ਫਿਰ ਮਾਲਕ ਉਹਨਾਂ ਨੂੰ ਫਿਰ ਜਿਉਂਦੇ ਕਰ ਦਿੰਦਾ। ਉਹ ਜਦੋਂ ਫਿਰ ਜਿਉਂਦੇ ਹੋ ਜਾਂਦੇ, ਫਿਰ ਉਹ ਸਾਨੂੰ ਅੱਗੇ ਦਾ ਦੱਸਦੇ ਬਈ ਮਰਨ ਤੋਂ ਬਾਅਦ ਅੱਗੇ ਕੀ ਹਾਲਤ ਹੁੰਦੀ ਹੈ। ਜਿਹੜੇ ਮਰਨਮੁਖ ਨੇ ਉਹ ਕਿਹੜੇ ਰਾਹ ਜਾਂਦੇ, ਜਿਹੜੇ ਗੁਰਮੁਖ ਨੇ ਉਹ ਕਿਹੜੇ ਰਸਤੇ ਜਾਂਦੇ, ਉਹਨਾਂ ਦੀ ਕੀ ਅਵਸਥਾ ਅੱਗੇ ਹੁੰਦੀ। ਉਹ ਸਾਰਾ ਫਿਰ ਜਿਹੜੇ ਗੁਰਮੁਖ ਜਿਉਂਦੇ ਜੀ, ਜਿਨ੍ਹਾਂ ਨੇ ਮਰਨਾ ਸਿੱਖਿਆ, ਦੇਹ ਤੋਂ ਵਧੇਹ ਹੋਏ, ਫਿਰ ਉਹਨਾਂ ਦੀ ਗੁਰਬਾਣੀ ਹੈ ਭਗਤਾਂ ਦੀ। ਉਹਨਾਂ ਨੇ ਪਹਿਲਾਂ ਸ਼ਬਦ ਦੁਆਰਾ ਇਹ ਸਿੱਖਿਆ ਮਰਨਾ, ਜੋ ਆਪਾਂ ਨੂੰ ਵੀ ਹੁਣ ਸਤਿਗੁਰੂ ਸਿਖਾਉਂਦੇ ਨੇ ਅਤੇ ਆਪਾਂ ਨੂੰ ਕਹਿੰਦੇ ਜੇ ਭੁੱਲ ਗਏ ਹੋ ਤਾਂ ਹੁਣ ਤੁਸੀਂ ਸਿੱਖ ਲਓ। ਰਮਾਉਂਦੇ ਨੇ ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ। ਬਈ ਜੇ ਤੁਸੀਂ ਭੁੱਲ ਗਏ ਹੋ ਤਾਂ ਕਹਿੰਦੇ ਸਿੱਖੋ ਸ਼ਬਦ ਦੁਆਰਾ ਮਰਨਾ ਸਿੱਖੋ। ਜੇ ਹੁਣ ਅਸੀਂ ਇਹ ਸ਼ਬਦ ਦੁਆਰਾ ਮਰਨਾ ਸਿੱਖ ਲਾਂਗੇ, ਇਹ ਸਾਡਾ ਮਨ ਹੈ ਜਿਹੜਾ ਸਦਾ ਸੁਖੀ ਹੋ ਜਾਏਗਾ, ਸਦਾ ਲਈ ਆਨੰਦ ਅਵਸਥਾ ਚਲਾ ਜਾਂਦਾ। ਮਹਾਰਾਜ ਫਰਮਾਉਂਦੇ ਸ਼ਬਦ ਮਰੇ ਤਾਂ ਸਦਾ ਆਨੰਦ, ਸਤਿਗੁਰ ਭੇਟੇ ਗੁਰ ਗੋਬਿੰਦ, ਨਾ ਫਿਰ ਮਰੇ ਨਾ ਆਵੇ ਜਾਏ, ਪੂਰੇ ਗੁਰ ਤੇ ਸੱਚ ਸਮਾਈ। ਫਿਰ ਅਸੀਂ ਸਦਾ ਵਾਸਤੇ ਸੱਚ ਸਮਾ ਜਾਵਾਂਗੇ ਅਤੇ ਫਿਰ ਸਦਾ ਆਨੰਦ। ਮਹਾਰਾਜ ਕਹਿੰਦੇ ਜੇ ਸ਼ਬਦ ਦੁਆਰਾ ਅਸੀਂ ਸਿੱਖ ਲਈਏ ਮਰਨਾ। ਹੁਣ ਸ਼ਬਦ ਦੁਆਰਾ ਮਰਨਾ ਕਿਵੇਂ? ਜਿਵੇਂ ਤਨ ਦੀ ਮੌਤ ਹੁੰਦੀ ਵੀ ਆਪਾਂ ਕਹਿੰਦੇ ਇਹਦੇ ਸਵਾਸ ਖਤਮ ਹੋ ਗਏ ਜੀ, ਬਈ ਇਹ ਮਰ ਗਏ। ਹੁਣ ਮਰਨੋਂ ਕਦੋਂ ਕਹਿੰਦੇ ਮਰ ਗਏ? ਜਦੋਂ ਸਾਡੇ ਵਿਚਾਰ ਮੁੱਕ ਜਾਂਦੇ, ਜਦੋਂ ਸਾਡੇ ਵਿਚਾਰ ਬਿਲਕੁਲ ਅਸੀਂ ਖਤਮ ਕਰ ਦਿੰਦੇ ਹਾਂ, ਉਦੋਂ ਕਹਿੰਦੇ ਇਹਨਾਂ ਦਾ ਮਨ ਮਰ ਗਈ। ਜਦੋਂ ਅਸੀਂ ਆਪਦੀ ਮੱਤ, ਆਪਦੀ ਸਿਆਣਪ ਛੱਡ ਦਿੰਦੇ ਹਾਂ, ਉਦੋਂ ਕਹਿੰਦੇ ਵੀ ਇਹ ਮਨ ਕਰਕੇ ਮਰ ਗਏ। ਜਦੋਂ ਅਸੀਂ ਆਪਦੀ ਮੱਤ ਬਿਲਕੁਲ ਖਤਮ ਕਰ ਦਾਂਗੇ ਅਤੇ ਉਦੋਂ ਅਸੀਂ ਮਰ ਜਾਵਾਂਗੇ। ਪਰ ਹੁਣ ਆਪਦੀ ਮੱਤ ਜਿਹੜੀ ਛੱਡਣੀ ਇਹ ਬੜੀ ਕਠਿਨ ਹੈ, ਬੜੀ ਔਖੀ। ਮਹਾਰਾਜ ਤਾਂਹੀਓ ਸਾਨੂੰ ਫਰਮਾਉਂਦੇ ਮਨ ਕੀ ਮੱਤ ਤੇ ਆਗੋ ਹਰ ਜਨ, ਇਹ ਬਾਤ ਕਠੈਨੀ। ਬਈ ਆਪਦੀ ਮੱਤ ਛੱਡਣੀ, ਜਿਉਂਦੇ ਜੀ ਮਰਨਾ, ਇਹ ਬੜਾ ਔਖਾ। ਹੁਣ ਮਹਾਰਾਜ ਕਹਿੰਦੇ ਵੀ ਇਹ ਮੱਤ ਛੱਡਣੀ ਔਖੀ ਹੈ, ਤੁਸੀਂ ਸੋਚ ਲਓ ਪਹਿਲਾਂ ਬਈ ਜੇ ਤਾਂ ਤੁਸੀਂ ਛੱਡਣ ਲਈ ਤਿਆਰ ਹੋ, ਫਿਰ ਤਾਂ ਸਾਨੂੰ ਗੁਰੂ ਅਤੇ ਸਤਿਗੁਰ ਦੀ ਮੱਤ ਆ ਸਕਦੀ। ਇਹ ਸਾਨੂੰ ਫਿਰ ਸਮਝਾਉਂਦੇ ਵੀ ਇਹ ਮੱਤ ਛੱਡਣ ਵਾਸਤੇ ਜੇ ਅਸੀਂ ਆਖੀਏ ਗੱਲਾਂ ਬਾਤਾਂ ਨਾਲ ਛੱਡੀ ਜਾਵੇ, ਨਹੀਂ ਛੱਡੀ ਜਾਂਦੀ।
ਆਪਣੀ ਮੱਤ ਛੱਡਣ ਵਾਸਤੇ ਸਾਨੂੰ ਸਿਮਰਨ ਕਰਨਾ ਪੈਂਦਾ। ਜਿਹੜਾ ਇਹ ਆਪਾਂ ਸਿਮਰਨ ਅਭਿਆਸ ਕਰਦੇ ਇਸੇ ਕਰਕੇ ਕਰਦੇ ਹਾਂ ਵੀ ਸਾਡੀ ਮੱਤ ਖਤਮ ਹੋ ਜੇ, ਅਸੀਂ ਮਰਜੀ। ਹੁਣ ਆਮ ਜੀਵ ਹੈ ਜਿਹਨੂੰ ਨਹੀਂ ਸੋਝੀ, ਨਹੀਂ ਭੇਤ, ਉਹ ਸਮਝਦਾ ਵੀ ਮੈਂ ਸਿਮਰਨ ਕਰਦਾ, ਗੁਰਬਾਣੀ ਪੜ੍ਹਦਾ ਸੰਸਾਰ ਦੀਆਂ ਮੰਗਾਂ ਵਾਸਤੇ, ਬਈ ਮੇਰੀ ਆਹ ਮੰਗ ਪੂਰੀ ਹੋ ਜੇ ਤੇ ਮੈਂ ਸਿਮਰਨ ਕਰਾਂਗਾ, ਮੇਰੀ ਆਹ ਇੱਛਾ ਪੂਰੀ ਹੋ ਜੇ ਤੇ ਮੈਂ ਇੰਨੇ ਪਾਠ ਕਰਾਂਗਾ। ਇਹ ਸਾਰਾ ਉਲਟ ਹੈ, ਸੰਸਾਰ ਦਾ ਜਿਹੜਾ ਖੇਲ ਪੁੱਠਾ ਚੱਲਦਾ ਹੈ ਗੁਰਬਾਣੀ ਵਿਰੁੱਧ। ਹੁਣ ਆਪਾਂ ਨੂੰ ਸਤਿਗੁਰੂ ਕੀ ਕਹਿੰਦੇ, ਸਿਮਰਨ ਕਾਹਦੇ ਵਾਸਤੇ ਕਰਨਾ? ਆਪਦੀ ਮੱਤ ਨੂੰ ਛੱਡਣ ਵਾਸਤੇ ਤਾਂ ਮਰਨਾ ਪੈਣਾ। ਇਹ ਤਾਂਹੀਓ ਹੁਣ ਆਪਾਂ ਨੂੰ ਫਿਰ ਸਮਝਾਉਂਦੇ ਬਈ ਜੇ ਤੁਸੀਂ ਸਤਿਗੁਰ ਦੀ ਮੱਤ ਲੈਣੀ ਤੇ ਆਂਦਨ ਸਿਮਰਨ ਕਰ, ਆਂਦਨ ਹਰ ਹਰ ਨਾਮ ਤੇ ਆਵੋ, ਗੁਰ ਸਤਿਗੁਰ ਕੀ ਮੱਤ ਲੈਣੀ। ਜੇ ਸਾਨੂੰ ਸਤਿਗੁਰ ਦੀ ਮੱਤ ਆ ਜਾਏਗੀ ਤੇ ਅਸੀਂ ਸਤਿਗੁਰ ਦੇ ਵਿੱਚ ਹੀ ਸਮਾ ਜਾਵਾਂਗੇ, ਮਾਲਕ ਦੇ ਵਿੱਚ ਹੀ ਲੀਨ ਹੋ ਜਾਵਾਂਗੇ। ਸਤਿਗੁਰ ਕੀ ਜਿਸ ਨੂੰ ਮੱਤ ਆਵੇ ਸੋ ਸਤਿਗੁਰ ਮਾਹੇ ਸਮਾਨ। ਉਹ ਸਤਿਗੁਰ ਦੇ ਸਮਾਨ, ਸਤਿਗੁਰ ਦੇ ਵਿੱਚ ਹੀ ਸਮਾ ਜਾਂਦਾ। ਹੁਣ ਸਤਿਗੁਰ ਦੀ ਮੱਤ ਸਾਨੂੰ ਫੇਰ ਹੀ ਆਏਗੀ ਜੇ ਅਸੀਂ ਆਪਦੀ ਮੱਤ ਛੱਡਾਂਗੇ। ਆਪਦੀ ਮੱਤ ਤਾਂ ਛੁੱਟੇਗੀ ਜੇ ਅਸੀਂ ਸਿਮਰਨ ਕਰਾਂਗੇ। ਜੇ ਅਸੀਂ ਸਿਮਰਨ ਨਹੀਂ ਕਰਦੇ ਸਾਡੀ ਮੱਤ ਛੁੱਟਦੀ ਨਹੀਂ, ਛੱਡੀ ਨਹੀਂ ਜਾਂਦੀ ਆਪਦੀ ਸਿਆਣਪ। ਇਹ ਸਾਡੀ ਸਿਆਣਪ ਹੀ ਸਾਨੂੰ ਦੁੱਖਾਂ 'ਚ ਰੱਖਦੀ, ਕਿ ਸਾਨੂੰ ਭਰਮ 'ਚ ਰੱਖਦੀ। ਇਉਂ ਮਹਾਰਾਜ ਸਾਨੂੰ ਸਮਝਾਉਂਦੇ, ਕਹਿੰਦੇ ਤਜੋ ਸਿਆਣਪ ਸੁਰਜਨੋ, ਸਿਮਰੋ ਹਰ ਹਰ ਰਾਈ, ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਭਉ ਜਾਏ। ਬਈ ਸਾਡੇ ਦੁੱਖ ਭਰਮ ਫੇਰ ਖਤਮ ਹੋਣੇ ਜੇ ਅਸੀਂ ਆਸ ਇੱਕ ਤੇ ਰੱਖਾਂਗੇ ਮਾਲਕ ਤੇ, ਇਹ ਉਹਦਾ ਸਿਮਰਨ ਕਰਾਂਗੇ ਤੇ ਆਪਦੀ ਸਿਆਣਪ, ਆਪਦੀ ਮੱਤ ਛੱਡਾਂਗੇ। ਹੁਣ ਸਾਡੀ ਜਿਹੜੀ ਸਿਆਣਪ ਉਹ ਸਾਨੂੰ ਡੋਬ ਤਾਂ ਸਕਦੀ ਹੈ, ਸਾਨੂੰ ਦੁਖੀ ਤਾਂ ਕਰ ਸਕਦੀ, ਅਸੀਂ ਸੁਖੀ ਨਹੀਂ ਹੋ ਸਕਦੇ। ਆਪਦੀ ਸਿਆਣਪ ਦੁਆਰਾ ਅਸੀਂ ਦੁੱਖ ਤਾਂ ਪੈਦਾ ਕਰ ਲਾਂਗੇ, ਦੁਖੀ ਤਾਂ ਅਸੀਂ ਬਹੁਤ ਜ਼ਿਆਦਾ ਹੋ ਜਾਵਾਂਗੇ ਸੰਸਾਰ 'ਚ, ਪਰ ਅਸੀਂ ਸੁਖੀ ਨਹੀਂ ਹੋ ਸਕਦੇ। ਇਉਂ ਮਹਾਰਾਜ ਸਾਨੂੰ ਸਮਝਾਉਂਦੇ, ਗੁਰ ਕੀ ਮੱਤ ਤੂੰ ਲੈ ਆਣੇ, ਭਗਤ ਬਿਨਾ ਬਹੁ ਡੁੱਬੇ ਸਿਆਣੇ। ਬਈ ਹੈ ਅਜਾਣ ਜੀਵ, ਤੂੰ ਗੁਰੂ ਦੀ ਮੱਤ ਲੈ, ਆਪਦੀ ਮੱਤ ਦੁਆਰਾ ਵੱਡੇ ਵੱਡੇ ਸਿਆਣੇ ਡੁੱਬ ਗਏ। ਸਾਡੀ ਸਿਆਣਪ ਸਾਨੂੰ ਦੁੱਖਾਂ 'ਚ ਲੈ ਜਾਏਗੀ, ਅਸੀਂ ਅਸ਼ਾਂਤ ਹੋ ਜਾਵਾਂਗੇ। ਹੁਣ ਗੁਰੂ ਦੀ ਮੱਤ ਲੈਣ ਵਾਸਤੇ ਇਹ ਸਾਨੂੰ ਸਿਮਰਨ ਕਰਨਾ ਪੈਂਦਾ, ਗੁਰਬਾਣੀ ਗੁਰੂ ਨੂੰ ਸਮਝਣ ਵਾਸਤੇ ਸਿਮਰਨ ਕਰਨਾ ਪੈਂਦਾ। ਜਦ ਤੱਕ ਜੀਵ ਸਿਮਰਨ ਨਹੀਂ ਕਰਦਾ, ਨਹੀਂ ਸਤ ਸੰਗਤ ਕਰਦਾ, ਉਹਨੂੰ ਪਹਿਲੀ ਗੱਲ ਇਹੀ ਨਹੀਂ ਪਤਾ ਵੀ ਮੈਂ ਸਿਮਰਨ ਕਾਹਦੇ ਵਾਸਤੇ ਕਰਨਾ, ਜਾਂ ਮੈਂ ਗੁਰੂ ਘਰ ਕੀ ਲੈਣ ਵਾਸਤੇ ਆਉਣਾ, ਜਾਂ ਮੈਂ ਸਖਤ ਸੰਗਤ ਕਰਦਾ ਮੈਂ ਕਾਹਦੇ ਵਾਸਤੇ ਸੰਗਤ ਕਰਨੀ, ਜਾਂ ਮੈਂ ਸੇਵਾ ਕਰਦਾ ਕਾਹਦੇ ਵਾਸਤੇ ਸੇਵਾ ਕਰਨੀ। ਹੁਣ ਜੇ ਜੀਵ ਨੂੰ ਇਹੀ ਨਹੀਂ ਗਿਆਨ ਵੀ ਮੈਂ ਕਾਹਦੇ ਵਾਸਤੇ ਕਰਦਾ ਹੈ, ਤੇ ਫਿਰ ਉਹਨੂੰ ਫਲ ਕਿੱਥੋਂ ਮਿਲੇਗਾ? ਜਿਵੇਂ ਹੁਣ ਇੱਕ ਜੀਵ ਹੈ ਰਸਤੇ 'ਤੇ ਚੱਲ ਰਿਹਾ, ਤੁਸੀਂ ਉਹਨੂੰ ਪੁੱਛੋ ਵੀ ਕਿੱਥੇ ਜਾਣਾ, ਉਹ ਆਖੇ ਵੀ ਮੈਨੂੰ ਤਾਂ ਪਤਾ ਹੀ ਨਹੀਂ ਜਾਣਾ ਕਿੱਥੇ, ਬਸ ਚੱਲੀ ਜਾ ਰਹੇ ਚੱਲੀ ਜਾ ਰਹੇ, ਪਰ ਆਏਂ ਨਹੀਂ ਪਤਾ ਵੀ ਜਾਣਾ ਕਿੱਥੇ। ਹੁਣ ਜਿਹੜੇ ਸਿਆਣੇ ਜੀਵ ਉਹ ਫਿਰ ਸਮਝ ਜਾਂਦੇ ਵੀ ਇਹਨੇ ਜਾਣਾ ਜੂਣਾ ਕਿਤੇ ਨਹੀਂ ਹੈ, ਇਹਨੂੰ ਜਦੋਂ ਪਤਾ ਹੀ ਨਹੀਂ ਵੀ ਮੈਂ ਚੱਲਾਂ ਕਿੱਥੇ ਹਾਂ, ਕਿੱਥੇ ਪਹੁੰਚਣਾ ਹੈ, ਉਦੋਂ ਫਿਰ ਇਹ ਚੱਲ ਨਹੀਂ ਰਿਹਾ, ਇਹ ਫਿਰ ਭਟਕ ਰਿਹਾ। ਇਹ ਰਸਤਾ ਭਟਕਿਆ ਹੋਇਆ, ਇਹ ਭੁੱਲਿਆ ਹੋਇਆ। ਭੁੱਲੇ ਨੂੰ ਇਹੀ ਨਹੀਂ ਪਤਾ ਵੀ ਮੈਂ ਕਿੱਧਰ ਨੂੰ ਚੱਲ ਰਿਹਾ ਤੇ ਜਾਣਾ ਕਿੱਥੇ। ਔਰ ਇਸੇ ਤਰ੍ਹਾਂ ਹੀ ਜੇ ਆਪਾਂ ਕੋਈ ਜੀਵ ਸਿਮਰਨ ਕਰਦਾ, ਉਹਨੂੰ ਤੁਸੀਂ ਪੁੱਛੋ ਕਾਹਦੇ ਵਾਸਤੇ ਕਰਦਾ, ਜੇ ਉਹਨੂੰ ਇਹੀ ਨਹੀਂ ਪਤਾ ਵੀ ਮੈਂ ਕਾਹਦੇ ਵਾਸਤੇ ਕਰਦਾ ਹੈ। ਜਾਂ ਕੋਈ ਜੀਵ ਗੁਰਬਾਣੀ ਪੜ੍ਹਦਾ, ਉਹਨੂੰ ਪੁੱਛੋ ਕਾਹਦੇ ਵਾਸਤੇ ਪੜ੍ਹ ਰਹੇ, ਤੇ ਉਹਨੂੰ ਇਹੀ ਨਹੀਂ ਪਤਾ ਮੈਂ ਕਾਹਦੇ ਵਾਸਤੇ ਗੁਰਬਾਣੀ ਨੂੰ ਪੜ੍ਹਨਾ, ਤੇ ਉਹ ਸਮਝੋ ਵੀ ਹਜੇ ਭੁੱਲਿਆ ਹੀ ਹੋਇਆ, ਉਹਨੇ ਸਮਝਿਆ ਨਹੀਂ, ਤੇ ਉਹ ਇਸ ਮਾਰਗ 'ਤੇ ਚੱਲਾ ਨਹੀਂ ਹਜੇ। ਕਿਉਂਕਿ ਜੀਵ ਜਦ ਤੱਕ ਇਹ ਨਹੀਂ ਸਮਝਦਾ, ਉਹਦਾ ਸਮਾਂ ਉਹਦੀਆਂ ਦੁਨਿਆਵੀ ਮੰਗਾਂ ਹੁੰਦੀ।
ਜਦੋਂ ਮਨ ਤ੍ਰੈ ਗੁਣਾਂ ਦੇ ਵਿੱਚ ਚੱਲਦਾ, ਮਾਇਆ ਦੇ ਵਿੱਚ, ਇਹ ਕਿਸੇ ਨਾ ਕਿਸੇ ਮੰਗ ਦੇ ਵਿੱਚ ਹੀ ਹੁੰਦਾ। ਚਾਹੇ ਇਹਦੀ ਮੰਗ ਸੰਸਾਰ ਦੀ ਛੋਟੀ ਹੋਵੇ ਚਾਹੇ ਵੱਡੀ ਹੋਵੇ, ਹੁੰਦੀ ਇਹਦੇ ਵਿੱਚ ਮੰਗ ਹੀ ਹੈ, ਹੁੰਦਾ ਇਹਦਾ ਵਿੱਚ ਸਵਾਰਥ ਹੀ ਹੈ ਕੋਈ ਨਾ ਕੋਈ। ਸਵਾਰਥ ਕਰਕੇ ਹੀ ਇਹ ਬਾਣੀ ਪੜ੍ਹਦਾ, ਸਵਾਰਥ ਕਰਕੇ ਇਹ ਸਿਮਰਨ ਕਰਦਾ, ਸਵਾਰਥ ਕਰਕੇ ਇਹ ਗੁਰੂ ਘਰ ਆਉਂਦਾ। ਜਿਵੇਂ ਆਪਾਂ ਦੇਖਦੇ ਨਾ ਸੰਸਾਰ 'ਚ ਜੀਵ ਸੁੱਖ ਨਾਲ ਸੁੱਖ ਲੈਂਦੇ, ਇਸੇ ਤਰ੍ਹਾਂ ਇਹਨੂੰ ਸਵਾਰਥ ਕਹਿੰਦੇ। ਵਿੱਚ ਸਵਾਰਥ ਪਹਿਲਾਂ ਹੀ ਮੰਗ ਰੱਖ ਲੈਣ। ਹੁਣ ਸਤਿਗੁਰੂ ਸਾਨੂੰ ਕੀ ਸਮਝਾਉਂਦੇ ਵੀ ਜੇ ਅਸੀਂ ਇਹ ਸਵਾਰਥ ਹੀ ਰੱਖਾਂਗੇ ਇੱਥੇ ਤਾਂ ਮਰਨਾ ਪੈਣਾ। ਜੇ ਹੁਣ ਜੀਵ ਦਾ ਸਵਾਰਥ ਹੈ, ਉਹ ਤਾਂ ਮਰਨ ਨੂੰ ਤਿਆਰ ਹੀ ਨਹੀਂ, ਉਹ ਤਾਂ ਆਪਦੀ ਮਨਾਉਣ ਨੂੰ ਤਿਆਰ ਹੈ। ਉਹ ਤਾਂ ਸਮਝਦਾ ਵੀ ਜੋ ਮੈਂ ਮੰਗਦਾ ਮੈਨੂੰ ਉਹ ਮਿਲਣਾ ਚਾਹੀਦਾ। ਜੇ ਅਸੀਂ ਇਸ ਤਰ੍ਹਾਂ ਚੱਲਾਂਗੇ ਤਾਂ ਸਾਡੀ ਮੱਤ ਹੈ, ਫਿਰ ਤਾਂ ਅਸੀਂ ਦੁਖੀ ਹੋਵਾਂਗੇ, ਕਿਉਂਕਿ ਸਾਡੀ ਮੱਤ ਸਾਨੂੰ ਦੁਖੀ ਹੀ ਕਰੇਗੀ। ਹੁਣ ਗੁਰਮਤਿ ਦੇ ਵਿੱਚ ਆਪਾਂ ਨੂੰ ਇਹ ਸਿਖਾਇਆ ਜਾਂਦਾ ਹੈ ਬਈ ਅਸੀਂ ਸਤਿਗੁਰਾਂ ਨੂੰ ਆਪਣਾ ਆਪ ਸਮਰਪਣ ਕਰਨਾ। ਬਈ ਗੁਰੂ ਨੂੰ ਅਸੀਂ ਆਪਦਾ ਆਪਣਾ ਆਪ ਅੱਗੇ ਭੇਟ ਕਰਨਾ। ਬਈ ਇਹ ਨਹੀਂ ਵੀ ਅਸੀਂ ਗੁਰੂ ਨੂੰ ਆਪਦੀ ਮਨਾਉਣੀ, ਸਤਿਗੁਰੂ ਨੂੰ ਆਪਦੀ ਮਨਾਉਣੀ। ਵੀ ਜੋ ਅਸੀਂ ਮੰਗਦੇ ਹਾਂ, ਜੋ ਸਾਡੀ ਇੱਛਾ, ਉਹ ਸਾਡੀ ਇੱਛਾ ਪੂਰੀ ਹੋਵੇ, ਸਾਡੀ ਸੁਖਨਾ ਪੂਰੀ ਹੋਣੀ ਚਾਹੀਦੀ, ਸਾਡੀ ਮੰਗ ਪੂਰੀ ਹੋਣੀ ਚਾਹੀਦੀ। ਇਹ ਮੰਗ ਵਾਲਾ ਪਿਆਰ ਇਹ ਝੂਠਾ ਹੈ, ਇਹ ਟੁੱਟੇਗਾ ਹੀ ਟੁੱਟੇਗਾ, ਇਹ ਸਾਨੂੰ ਦੁੱਖ ਹੀ ਦੇਵੇਗਾ। ਅੱਗੇ ਚੱਲ ਕੇ ਅਸੀਂ ਦੁਖੀ ਹੋਵਾਂਗੇ, ਅਸ਼ਾਂਤ ਹੋਵਾਂਗੇ। ਹੁਣ ਆਪਾਂ ਨੂੰ ਫਿਰ ਗੁਰਮਤਿ ਦੇ ਵਿੱਚ ਇਹ ਸਮਝਾਇਆ ਜਾਂਦਾ, ਜਿਵੇਂ ਭਗਤਾਂ ਦਾ ਜੀਵਨ ਆਪਾਂ ਦੇਖਦੇ ਹਾਂ, ਉਹਨਾਂ ਨੇ ਵਿੱਚ ਕੋਈ ਸਵਾਰਥ ਨਹੀਂ ਰੱਖਿਆ। ਜਦੋਂ ਇਹ ਮਾਰਗ ਦੇ ਉੱਤੇ ਚੱਲੇ, ਉਹਨਾਂ ਨੇ ਆਖਿਆ ਬੇਸ਼ੱਕ ਸਾਨੂੰ ਰੁੱਖਾ ਭੋਜਨ ਮਿਲ ਜੇ, ਸਾਨੂੰ ਧਰਤੀ 'ਤੇ ਭੁੰਜੇ ਸੌਣਾ ਮਿਲ ਜੇ। ਮਾਲਕ ਨੂੰ ਕਹਿੰਦੇ ਵੀ ਤੇਰੇ ਨਾਲ ਸਾਡੀ ਪ੍ਰੀਤ ਨਾ ਟੁੱਟੇ, ਸਾਡਾ ਪਿਆਰ ਤੇਰੇ ਨਾਲ ਬਣਿਆ ਰਹੇ। ਮਹਾਰਾਜ ਕਹਿੰਦੇ ਰੁੱਖੋ ਭੋਜਨ ਭੂਮ ਸੈਨ, ਸਖੀ ਬਿਰਿਆ ਸੰਗ ਸੂਖ ਬਿਹਾਤ। ਬਈ ਜੇ ਤਾਂ ਤੇਰੇ ਨਾਲ ਪਿਆਰ ਹੈ ਤੇ ਤੇਰੇ ਪਿਆਰ ਦੇ ਵਿੱਚ ਰੁੱਖਾ ਭੋਜਨ ਵੀ ਚੰਗਾ, ਤੇਰੇ ਪਿਆਰ ਦੇ ਵਿੱਚ ਭੁੰਜੇ ਧਰਤੀ 'ਤੇ ਸੌਣਾ ਵੀ ਚੰਗਾ। ਜੇ ਤੇਰੇ ਨਾਲ ਪਿਆਰ ਹੀ ਨਹੀਂ, ਫਿਰ ਚਾਹੇ ਸਤੀ ਪ੍ਰਕਾਰ ਦਾ ਭੋਜਨ ਹੋਵੇ ਉਹ ਵੀ ਬਿੱਖ ਹੈ, ਉਹ ਵੀ ਜ਼ਹਿਰ। ਚਾਹੇ ਜਿੰਨੇ ਮਰਜ਼ੀ ਕੀਮਤੀ ਵਸਤਰ ਹੋਣ, ਸਾਡੇ ਕੋਲ ਰਹਿਣ ਵਾਸਤੇ ਸੁੱਖ ਸਾਧਨ ਹੋਣ, ਉਹ ਵੀ ਸਾਰੇ ਬਿੱਖ, ਉਹ ਵੀ ਸਭ ਜ਼ਹਿਰ ਨੇ। ਆਈਆਂ ਮਹਾਰਾਜ ਕਹਿੰਦੇ ਵੀ ਜਿਹੜੇ ਸੰਤ ਗੁਰਮੁਖ ਨੇ, ਸੰਤਾਂ ਦੀ ਝੌਂਪੜੀ ਵੀ ਚੰਗੀ ਸਾਕਤ ਦੇ ਮਹਿਲ ਦੇ ਨਾਲੋਂ, ਮਨਮੁਖ ਦੇ ਮਹਿਲ ਦੇ ਨਾਲ। ਅਗੇ ਸੰਤਾਂ ਦੀ ਝੁੱਗੀ ਦੇ ਵਿੱਚ, ਉਹਨਾਂ ਦੀ ਕੁੱਲੀ ਦੇ ਵਿੱਚ ਮਾਲਕ ਦੇ ਗੁਣ ਗਾਏ ਜਾਂਦੇ, ਉਹਦੀ ਸਿਫਤ ਸਲਾਹ ਕੀਤੀ ਜਾਂਦੀ ਮਾਲਕ ਦੀ। ਇਹ ਜਿਹੜਾ ਮਨਮੁਖ ਹੈ ਉਹਦਾ ਕਿੱਡਾ ਵੱਡਾ ਵੀ ਮਹਿਲ ਹੈ, ਜੇ ਉੱਥੇ ਸਿਮਰਨ ਭਗਤੀ ਹੁੰਦੀ ਹੀ ਨਹੀਂ। ਇਹ ਮਹਾਰਾਜ ਕਹਿੰਦੇ ਉਹ ਮਹਿਲਾਂ ਦੇ ਵਿੱਚ ਤਾਂ ਫਿਰ ਭੂਤ ਹੀ ਵੱਸਦੇ, ਉਹ ਤਾਂ ਪ੍ਰੇਤ ਨੇ ਜਿਉਂਦੇ ਜੀ, ਉਹ ਮਾਨਸ ਨਹੀਂ, ਉਹ ਮਾਨਸ ਦੇ ਵਿੱਚ ਹੀ ਪ੍ਰੇਤ ਬਣੇ ਹੋਏ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਫਿਰ ਸਮਝਾਉਂਦੇ ਵੀ ਇਹ ਜਿਹੜਾ ਖੇਲ ਹੈ ਇਹ ਸਾਰਾ ਪਿਆਰ ਦਾ, ਵੀ ਮਾਲਕ ਦੇ ਨਾਲ ਸਾਡੀ ਪ੍ਰੀਤ ਕਿਵੇਂ ਪਵੇ। ਜੇ ਮਾਲਕ ਦੇ ਰੰਗ ਦੇ ਵਿੱਚ ਇੱਕ ਜੀਵ ਰੰਗਿਆ ਹੋਇਆ ਉਹ ਨਗਨ ਵੀ ਫਿਰਦਾ ਹੈ, ਜਿਹੜਾ ਮਨਮੁਖ ਉਹ ਕਿੱਡੇ ਵੱਡਾ, ਉਹਦੇ ਕੋਲ ਰਾਜ ਭਾਗ ਵੀ ਹੈ, ਐਸਾ ਰਾਜ ਭਾਗ ਕਿਸੇ ਕੰਮ ਦਾ ਨਹੀਂ ਜਿਹਦੇ ਨਾਲ ਸਾਡੇ ਮਨ ਦੀ ਤ੍ਰਿਪਤੀ ਨਹੀਂ ਹੁੰਦੀ। ਮਹਾਰਾਜ ਸੱਚੇ ਪਾਤਸ਼ਾਹ ਇਸ ਲਈ ਫਰਮਾਉਂਦੇ ਐਸੋ ਰਾਜ ਨਾ ਕਿਸੂ ਕਾਮ ਜਿਤ ਨਹਿ ਤ੍ਰਿਪਤਾਵੇ, ਨਗਨ ਫਿਰਤ ਰੰਗ ਇੱਕ ਕਿਸੋ ਸ਼ੋਭਾ ਪਾਵੇ। ਵੀ ਇੱਕ ਦੇ ਰੰਗ ਦੇ ਵਿੱਚ ਰਤਾ ਹੋਇਆ ਚਾਹੇ ਨਗਨ ਹੀ ਫਿਰਦਾ, ਉਹਦੀ ਤਾਂ ਵੀ ਸ਼ੋਭਾ ਮਾਲਕ ਦੇ ਘਰ ਦੇ ਵਿੱਚ, ਦਰਗਾਹ ਦੇ ਵਿੱਚ, ਉਹਨੂੰ ਤਾਂ ਵੀ ਵਡਿਆਈ ਹੈ। ਇਹੋ ਜਿਹਾ ਸੰਸਾਰ ਦਾ ਰਾਜ ਭਾਗ ਉਹ ਕਿਸੇ ਕੰਮ ਦਾ ਨਹੀਂ ਜੇ ਸਾਡੇ ਮਨ ਦੀ ਤ੍ਰਿਪਤੀ ਨਹੀਂ, ਸਾਡੇ ਮਨ ਨੂੰ ਹੀ ਸ਼ਾਂਤੀ ਨਹੀਂ, ਸਾਡੇ ਮਨ ਨੂੰ ਹੀ ਸੁੱਖ ਨਹੀਂ। ਇਉਂ ਮਹਾਰਾਜ ਕਹਿੰਦੇ ਵੀ ਜਿਹੜਾ ਸੁੱਖ ਮਾਲਕ ਦੀ ਸੇਵਾ ਦੇ ਵਿੱਚ, ਜਿਹੜਾ ਸੁੱਖ ਮਾਲਕ ਦੇ ਨੌਕਰ ਚਾਕਰ ਨੂੰ ਹੈ,
ਉਹ ਸੁੱਖ ਸੰਸਾਰ ਦੇ ਵਿੱਚ, ਸੰਸਾਰ ਦੇ ਰਾਜ ਭਾਗ ਦੇ ਵਿੱਚ ਆਈਆਂ ਭਗਤਾਂ ਨੇ ਆਖਿਆ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀਏ। ਵੀ ਉਹ ਸੁਖ ਤਾਂ ਰਾਜ ਦੇ ਵਿੱਚ। ਆਈਆਂ ਫਿਰ ਗੁਰਮੁਖਾਂ ਨੇ ਆਖਿਆ ਵੀ ਸਾਨੂੰ ਸੰਸਾਰੀ ਰਾਜ ਭਾਗ ਦੀ ਲੋੜ ਨਹੀਂ ਹੈ, ਸਾਨੂੰ ਮੁਕਤੀ ਦੀ ਵੀ ਨਹੀਂ ਲੋੜ। ਬਈ ਅਸੀਂ ਸਿਰਫ ਤੇਰੇ ਚਰਨ ਕਮਲਾਂ ਦੀ ਪ੍ਰੀਤੀ ਚਾਹੁੰਦੇ ਹਾਂ। ਗੁਰਮੁਖਾਂ ਦੀ ਇਹ ਮੰਗ ਹੁੰਦੀ ਮਾਲਕ ਨੂੰ ਵੀ ਅਸੀਂ ਸਦਾ ਵਾਸਤੇ ਤੇਰੇ ਚਰਨਾਂ ਦੇ ਵਿੱਚ ਵਾਸਾ ਚਾਹੁੰਦੇ, ਬਈ ਅਸੀਂ ਸਦਾ ਹੀ ਤੇਰੇ ਚਰਨਾਂ ਦੇ ਨਾਲ ਜੁੜੇ ਰਹੀਏ। ਇਹ ਉਹਨਾਂ ਦੀ ਮਾਲਕ ਨੂੰ ਮੰਗ ਹੁੰਦੀ, ਇੱਛਾ ਹੁੰਦੀ। ਮਹਾਰਾਜ ਦਾਈਆਂ ਫਰਮਾਉਂਦੇ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਂ ਰੇ। ਬਈ ਸਾਨੂੰ ਕਿਸੇ ਸੰਸਾਰੀ ਰਾਜ ਭਾਗ ਦੀ ਲੋੜ ਨਹੀਂ, ਸਾਨੂੰ ਕਿਸੇ ਅਹੁਦੇ ਦੀ ਲੋੜ ਨਹੀਂ, ਸਾਨੂੰ ਸੰਸਾਰੀ ਵਾਹ-ਵਾਹ ਦੀ ਲੋੜ ਨਹੀਂ। ਅਸੀਂ ਨਹੀਂ ਚਾਹੁੰਦੇ ਵੀ ਸੰਸਾਰ ਵਿੱਚ ਸਾਡੀ ਬਹੁਤੀ ਵਾਹ-ਵਾਹ ਕਰਨ ਜੀ। ਬਈ ਸਾਨੂੰ ਸੰਸਾਰੀ ਇਹ ਰਾਜ ਦੀ ਲੋੜ ਨਹੀਂ, ਨਾ ਸਾਨੂੰ ਮੁਕਤੀ ਦੀ ਲੋੜ। ਅਸੀਂ ਤਾਂ ਤੇਰੇ ਚਰਨਾਂ ਦੀ ਪ੍ਰੀਤ ਚਾਹੁੰਦੇ ਹਾਂ। ਬਈ ਸਾਡੀ ਇਹ ਇੱਛਾ, ਅਸੀਂ ਸਦਾ ਹੀ ਤੇਰੇ ਚਰਨਾਂ ਦੀ ਧੂੜੀ ਬਣੇ ਰਹੀਏ। ਜੇ ਤੁਸੀਂ ਸਾਡੇ ਤੋਂ ਟੁੱਟੇ ਹੀ ਹੋ, ਜੇ ਤੁਸੀਂ ਸਾਡੇ 'ਤੇ ਕਿਰਪਾ ਕਰਨੀ ਹੋਏ ਤਾਂ ਫਿਰ ਐਸੀ ਕਿਰਪਾ ਕਰ। ਮਹਾਰਾਜ ਫਰਮਾਉਂਦੇ, ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂੜ, ਨਾਨਕ ਸ਼ਰਨ ਤਹਾਰੀਆਂ ਪੇਖੋਂ ਸਦਾ ਹਜੂਰ। ਬਈ ਸਾਡੀ ਇਹ ਇੱਛਾ, ਸਾਡੀ ਅਰਦਾਸ ਤੇਰੇ ਚਰਨਾਂ 'ਚ ਜੋਦੜੀ ਬੇਨਤੀ ਹੈ, ਬਈ ਅਸੀਂ ਸਦਾ ਵਾਸਤੇ ਤੇਰੇ ਚਰਨਾਂ ਦੀ ਧੂੜੀ ਬਣੇ ਰਹੀ, ਸਦਾ ਹੀ ਸਾਡੀ ਲੈਵ ਤੇਰੇ ਚਰਨਾਂ ਦੇ ਨਾਲ ਲੱਗੀ ਰਹੇ। ਇਹ ਗੁਰਮੁਖਾਂ ਦੀ ਮੰਗ ਹੁੰਦੀ। ਅਤੇ ਜਿਹੜਾ ਸਾਕਤ ਹੈ ਉਹਦੀਆਂ ਮੰਗਾਂ ਕੀ ਨੇ? ਉਹਦੀਆਂ ਮੰਗਾਂ ਸੰਸਾਰ ਦੀਆਂ, ਝੂਠੀਆਂ ਮਾਇਆ ਦੀਆਂ, ਜਿਹੜੀਆਂ ਕਿ ਨਾਸਵਾਨ ਨੇ, ਜਿਹੜਾ ਕਿ ਮਿਥਿਆ ਹੋਇਆ ਸਾਰਾ ਕੁਛ। ਜਿੰਨੀ ਸੰਸਾਰ ਦੇ ਵਿੱਚ ਸਾਨੂੰ ਲੋੜ ਹੈ ਉਹਨਾਂ ਤਾਂ ਸਾਨੂੰ ਮੰਗਣ ਦੀ ਲੋੜ ਨਹੀਂ, ਸਾਨੂੰ ਮਾਲਕ ਨੇ ਉਦੋਂ ਵੱਧ ਹੀ ਦਿੱਤਾ ਹੋਈ ਹੈ। ਮਹਾਰਾਜ ਦਾਈਆਂ ਸਾਨੂੰ ਸਮਝਾਉਂਦੇ, ਕਹਿੰਦੇ, ਬਿਨ ਬੋਲਿਆਂ ਸਭ ਕੁਛ ਜਾਣਦਾ, ਕਹਿ ਸਾਗੇ ਕੀਜੇ ਅਰਦਾਸ। ਬਈ ਮਾਲਕ ਬਿਨਾਂ ਬੋਲਿਆਂ ਤੋਂ ਹੀ ਜਾਣਦਾ। ਕੀ ਉਹਨੂੰ ਪਤਾ ਨਹੀਂ ਵੀ ਮੇਰੇ ਬੱਚੇ ਨੂੰ ਕਿਹੜੀ ਚੀਜ਼ ਦੀ ਲੋੜ ਹੈ? ਉਹ ਇੱਕ ਪਾਸੇ ਤਾਂ ਅਸੀਂ ਕਹਿੰਦੇ ਪਰਮਾਤਮਾ ਅੰਤਰਜਾਮੀ, ਉਹ ਅੰਦਰ ਦੀ ਜਾਣਦਾ, ਅਤੇ ਫਿਰ ਇੱਕ ਪਾਸੇ ਅਸੀਂ ਸੁਖਣਾ ਸੁਖਦੇ ਹਾਂ, ਅਤੇ ਇੱਕ ਪਾਸੇ ਅਸੀਂ ਉਹਨੂੰ ਵਾਰ-ਵਾਰ ਕਹਿੰਦੇ ਹਾਂ ਵੀ ਆਹ ਸਾਡੀ ਮੰਗ ਪੂਰੀ ਕਰ। ਅਸੀਂ ਮੰਗਦੇ, ਇਹ ਆਪਾਂ ਨੂੰ ਸਮਝਾਉਂਦੇ ਵੀ ਜਿੰਨੀ ਤੁਹਾਨੂੰ ਲੋੜ ਹੈ ਉਨੀ ਤਾਂ ਤੁਹਾਨੂੰ ਬਿਨਾਂ ਮੰਗਿਆਂ ਤੋਂ ਹੀ ਦਿੱਤੀ ਜਾਂਦੀ। ਜਦੋਂ ਅਸੀਂ ਲੋੜ ਤੋਂ ਵੱਧ ਮੰਗਦੇ ਹਾਂ, ਲੋਭ ਵੱਸ ਹੋ ਕੇ, ਫਿਰ ਉਦੋਂ ਕਹਿੰਦੇ ਤੁਹਾਡੇ ਵਾਸਤੇ ਬਿਖ ਜ਼ਹਿਰ ਹੈ ਜਿਹੜੀ ਤੁਸੀਂ ਮੰਗਦੇ ਹੋ, ਤੁਹਾਡੀ ਇਹਨੇ ਸੁੱਧ ਬੁੱਧ ਮਾਰ ਦੇਣੀ, ਤੁਹਾਡੀ ਮੱਤ ਮਾਰ ਦੇਗੀ। ਮਹਾਰਾਜ ਇਸ ਲਈ ਸਾਨੂੰ ਫਰਮਾਉਂਦੇ, ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹੋ ਧਨ ਸਾਰ। ਬਈ ਜਿਹਨੇ ਸਾਡੀ ਸਾਰ ਲੈਣੀ ਉਹ ਨਾਮ ਹੈ, ਅਤੇ ਬਾਕੀ ਬਿਖ ਜ਼ਹਿਰ ਇੱਥੇ ਦਾ ਇੱਥੇ ਹੀ ਰਹਿ ਜਾਣ। ਇੱਥੋਂ ਕੁਝ ਵੀ ਵਸਤੂ ਅਸੀਂ ਨਾਲ ਨਹੀਂ ਲਿਜਾ ਸਕਦੇ। ਦੇਖੋ, ਰੋਜ਼ ਦੀ ਰੋਜ਼ ਜੋ ਆਪਾਂ ਸਵੇਰ ਤੋਂ ਰਾਤ ਤੱਕ ਕਰਦੇ, ਹੌਲੀ ਇੱਥੇ ਜਦੋਂ ਅਸੀਂ ਸੌਂਦੇ ਹਾਂ ਉਦੋਂ ਵਿਚਾਰਿਆ ਕਰੋ ਥੋੜ੍ਹਾ ਜਿਹਾ ਵੀ ਇੱਥੋਂ ਅਸੀਂ ਹੁਣ ਨਾਲ ਕੀ ਲੈ ਕੇ ਚੱਲੇ। ਸਵੇਰ ਤੋਂ ਜਿਹੜਾ ਸ਼ਾਮ ਤੱਕ ਆਪਾਂ ਕੀਤਾ ਨਾ ਇੱਥੇ, ਜਦੋਂ ਹੁਣ ਆਪਾਂ ਇਹ ਦੇਹ ਨੂੰ ਛੱਡਣਾ, ਸਰੀਰ ਨੂੰ ਛੱਡਣਾ, ਅਤੇ ਇੱਥੋਂ ਦੇਖਣਾ ਵੀ ਹੁਣ ਅਸੀਂ ਨਾਲ ਕੀ ਲੈ ਕੇ ਚੱਲੇ ਹਾਂ, ਇੱਥੋਂ ਸਾਡੇ ਨਾਲ ਕੀ ਜਾਊਗਾ। ਜੇ ਅਸੀਂ ਹੁਣ ਰੋਜ਼ ਦੀ ਰੋਜ਼ ਇੱਥੋਂ ਕੁਝ ਨਾਲ ਨਹੀਂ ਲਿਜਾ ਸਕਦੇ, ਅਤੇ ਜਦੋਂ ਸਾਡਾ ਅੰਤ ਸਮਾਂ ਆਇਆ ਫਿਰ ਇੱਥੋਂ ਆਪਾਂ ਨਾਲ ਕੀ ਲੈ ਜਾਵਾਂਗੇ ਚੱਕ ਕੇ। ਸੋ ਇਸ ਵਾਸਤੇ ਫਿਰ ਇੱਥੋਂ ਅਸੀਂ ਕੁਝ ਹੋਰ ਨਾਲ ਨਹੀਂ ਲਿਜਾ ਸਕਦੇ। ਸਿਰਫ ਜਿਹੜਾ ਇਹ ਆਪਾਂ ਸਿਮਰਨ ਕਰਦੇ, ਜਿਹੜਾ ਆਪਾਂ ਇਹ ਸਤ ਸੰਗਤ ਕਰਦੇ ਹਾਂ, ਜਿਹੜਾ ਅਸੀਂ ਨਾਮ ਧਨ ਖੱਟਣਾ, ਨਾਮ ਦੀ ਕਮਾਈ ਕਰਨੀ, ਸਿਰਫ ਉਹ ਨਾਮ ਧਨ ਨੇ ਸਾਡੇ ਨਾਲ ਜਾਣਾ। ਨਾਮ ਨੇ ਸਾਡੀ ਅੱਗੇ ਸਾਰ ਲੈਣੀ, ਹੋਰ ਅੱਗੇ ਸਾਡੀ ਕੋਈ ਵਾਹ ਨਹੀਂ ਫੜਦਾ। ਚਾਹੇ ਸੰਸਾਰੀ ਆਪਣੇ ਮਾਂ ਪਿਓ ਨੇ, ਚਾਹੇ ਭੈਣ ਭਰਾ ਨੇ, ਧੀਆਂ ਪੁੱਤਰ ਨੇ, ਦੋਸਤ ਮਿੱਤਰ ਨੇ, ਕਿਸੇ ਨੇ ਅੱਗੇ ਸਾਥ ਨਹੀਂ ਦੇਣਾ। ਮਹਾਰਾਜ ਇਸ ਲਈ ਫਰਮਾਉਂਦੇ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ,
ਮਾਨੂਹਾ ਨਾਮ ਤੇਰੇ ਸੰਗ ਸਹਾਈ। ਬਈ ਨਾਮ ਨੇ ਉੱਥੇ ਸਾਡੇ ਨਾਲ ਸਹਾਈ ਹੋਣਾ, ਜਿੱਥੇ ਇਹ ਸੰਸਾਰੀ ਮਾਂ ਪਿਓ ਨਹੀਂ ਜਾਂਦੇ, ਜਿੱਥੇ ਇਹ ਸੰਸਾਰੀ ਭੈਣ ਭਰਾ ਨਹੀਂ ਜਾਂਦੇ, ਜਿੱਥੇ ਕੋਈ ਰਿਸ਼ਤਾ ਨਾਤਾ ਨਹੀਂ ਜਾਂਦਾ, ਉੱਥੇ ਸਾਡੇ ਨਾਲ ਜਾਣਾ। ਤੇ ਜਾਣਾ ਕੀ ਨੇ? ਸਿਰਫ ਨਾਮ ਨੇ। ਨਾਮ ਨੇ ਸਾਨੂੰ ਇੱਥੇ ਵੀ ਸੁੱਖ ਦੇਣਾ, ਤੇ ਨਾਮ ਨੇ ਅੱਗੇ ਸਾਡੇ ਨਾਲ ਚੱਲਣਾ। ਤਾਂਹੀਓ ਫਿਰ ਸਾਨੂੰ ਕਹਿੰਦੇ ਵੀ ਜਿਸ ਨੇ ਸਾਡਾ ਅੰਤ ਸਮੇਂ ਸਾਥ ਦੇਣਾ, ਜਿਹਨੇ ਚੱਲਦਿਆਂ ਦੇ ਨਾਲ ਚੱਲਣਾ ਹੈ, ਉਸ ਸ਼ਬਦ ਨੂੰ ਆਪਦਾ ਸੱਜਣ ਬਣਾਓ, ਉਹਨੂੰ ਆਪਦਾ ਮਿੱਤਰ ਬਣਾਓ। ਗੁਰਮੁਖਾਂ ਨੇ ਤਾਂਹੀਓ ਆਖਿਆ ਵੀ ਸਾਡਾ ਸੱਜਣ ਸ਼ਬਦ ਗੁਰੂ ਹੈ, ਨਾਮ ਜਿਹੜਾ ਚੱਲਦਿਆਂ ਦੇ ਨਾਲ ਸਾਡੇ ਚੱਲਦਾ। ਜਿੱਥੇ ਸਾਡੇ ਮਨ ਤੋਂ ਲੇਖਾ ਲਿਆ ਜਾਂਦਾ, ਉਹ ਸੱਜਣ ਉੱਥੇ ਵੀ ਸਾਡੇ ਨਾਲ ਖੜਾ ਹੁੰਦਾ। ਮਹਾਰਾਜ ਤਾਂਹੀਓ ਫਰਮਾਉਂਦੇ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦੇ ਸਨ। ਬਈ ਸਾਡਾ ਦਾ ਸੱਜਣ ਉਹ ਹੈ ਜਿਹੜਾ ਚੱਲਦਿਆਂ ਦੇ ਨਾਲ ਸਾਡੇ ਚੱਲਦਾ, ਜਿਹਨੇ ਇੱਥੋਂ ਸਾਡੇ ਨਾਲ ਜਾਣਾ ਹੀ ਨਹੀਂ, ਜਿਹਨੇ ਔਖੀ ਘੜੀ ਮੁਸੀਬਤ ਦੇ ਵਿੱਚ ਸਾਡਾ ਸਾਥ ਹੀ ਛੱਡ ਜਾਣਾ, ਉਹ ਆਪਣਾ ਕਾਹਦਾ ਸੱਜਣ ਹੋਇਆ, ਉਹ ਕਾਹਦਾ ਮਿੱਤਰ ਹੋਏ। ਮਿੱਤਰ ਸੱਜਣ ਤਾਂ ਉਹੀ ਜਿਹੜਾ ਔਖੀ ਘੜੀ 'ਚ ਸਾਡੇ ਨਾਲ ਖੜਦਾ। ਹੁਣ ਔਖੀ ਘੜੀ ਆਪਣੇ 'ਤੇ ਉਦੋਂ ਆਉਂਦੀ ਜਦੋਂ ਆਪਣਾ ਦਿੱਤਾ ਹੋਇਆ ਸਮਾਂ ਖਤਮ ਹੋ ਜਾਂਦਾ, ਜਦੋਂ ਆਪਣੇ ਸਵਾਸ ਖਤਮ ਹੋ ਗਈ, ਉਦੋਂ ਰਿਸ਼ਤੇ ਨਾਤੇ ਸਭ ਇੱਧਰ ਹੀ ਰਹਿ ਗਏ ਸਰੀਰ ਦੇ ਨਾਲ। ਅੱਗੇ ਸਾਡੇ ਮਨ ਨੇ ਜਾਣਾ, ਤੇ ਮਨ ਦੇ ਨਾਲ ਫਿਰ ਸ਼ਬਦ ਗੁਰੂ ਨੇ ਜਾਣਾ, ਨਾਮ ਨੇ। ਉਹ ਤਾਂ ਫਿਰ ਆਪਾਂ ਨੂੰ ਕਹਿੰਦੇ ਵੀ ਉਹ ਸ਼ਬਦ ਗੁਰੂ ਨਾਲ ਜੁੜੋ, ਨਾਮ ਦੇ ਨਾਲ ਜੁੜੋ, ਤਾਂ ਕਿ ਅਸੀਂ ਇੱਥੇ ਵੀ ਸੁਖੀ ਹੋਈਏ, ਤੇ ਜਦੋਂ ਅਸੀਂ ਦੇਹ ਛੱਡੀਏ ਉੱਥੇ ਵੀ ਅਸੀਂ ਇੱਜ਼ਤ ਤੇ ਪੱਤ ਦੇ ਨਾਲ ਜਾਈਏ। ਨਾਮ ਹੈ ਜਿਹੜਾ ਉਹ ਸਾਡੇ ਮਨ ਵਾਸਤੇ ਕੱਪੜਾ ਬਣ ਜਾਂਦਾ, ਜਿਹੜਾ ਪਹਿਨਣ ਦੇ ਨਾਲ ਸਾਨੂੰ ਨੰਗੇ ਨਹੀਂ ਹੋਣਾ ਪੈਂਦਾ, ਸਾਨੂੰ ਬੇਇੱਜ਼ਤ ਨਹੀਂ ਹੋਣਾ ਪੈਂਦਾ। ਮਾਰੇ ਤਾਈਓ ਕਹਿੰਦੇ ਹਰ ਨਾਮ ਹਮਾਰਾ ਪਹਿਨਣ, ਜਿੱਤ ਫਿਰ ਨੰਗੇ ਨਾ ਹੋ ਬਈ, ਹੋਰ ਪਹਿਨਣ ਕੀ ਹਮਰੀ ਸਰਦ ਗਈ। ਬਈ ਗੁਰਮੁਖਾਂ ਨੇ ਤਾਂ ਕੱਪੜਾ ਨਾਮ ਦਾ ਪਹਿਨੇ ਆ, ਜਿਹਦੇ ਕਰਕੇ ਉਹ ਨੰਗੇ ਨਹੀਂ ਹੁੰਦੇ। ਜਿਹੜਾ ਮਨਮੁਖ ਹੈ ਉਹਨੇ ਇੱਧਰ ਜਿਹੜਾ ਲਿਬਾਸ ਮਾਇਆ ਦਾ ਪਾਇਆ ਹੁੰਦਾ, ਉਹਨੇ ਲੋਭ ਦਾ ਕੱਪੜਾ ਚੜਾ ਕੇ ਉੱਤੇ ਪਾਇਆ ਹੁੰਦਾ, ਇਹ ਕੱਪੜਾ ਲੈ ਜਾਂਦਾ। ਕਿਉਂਕਿ ਝੂਠਾ ਇੱਥੇ ਤਾਂ ਇਹਨੂੰ ਬੜੇ ਰੰਗ ਚੜ੍ਹੇ ਹੁੰਦੇ, ਰਾਜ ਦਾ ਰੰਗ, ਮਾਲ ਦਾ ਰੰਗ। ਬਈ ਮੇਰੇ ਕੋਲ ਰਾਜ ਭਾਗ ਹੈ, ਮੇਰੇ ਕੋਲ ਸੰਸਾਰੀ ਅਹੁਦਾ ਬੜਾ, ਮੇਰਾ ਹੁਕਮ ਬੜਾ ਚੱਲਦਾ, ਮੇਰੇ ਕੋਲ ਮਾਲ ਬੜਾ, ਮੇਰੇ ਕੋਲ ਧਨ ਦੌਲਤ ਬੜੀ ਹੈ। ਪਰ ਜਦੋਂ ਦਿੱਤਾ ਹੋਇਆ ਸਮਾਂ ਖਤਮ ਹੁੰਦਾ, ਇੱਥੇ ਦਾ ਇੱਥੇ ਹੀ ਰਹਿ ਜਾਂਦੇ। ਇੱਥੇ ਦੇ ਅਹੁਦੇ ਵੀ ਇੱਥੇ ਹੀ ਰਹਿ ਗਏ, ਜਿਹੜਾ ਮਾਲ ਧਨ ਇਕੱਠਾ ਕੀਤਾ ਸੀ ਉਹ ਵੀ ਇੱਥੇ ਦਾ ਇੱਥੇ ਹੀ ਰਹਿ ਗਏ। ਜਦੋਂ ਅੱਗੇ ਮਨ ਨੂੰ ਲੈ ਕੇ ਜਾਂਦੇ, ਉਹਨੂੰ ਫਿਰ ਨੰਗਾ ਕਰ ਲੈਂਦੇ, ਫਿਰ ਉਹਨੂੰ ਬੇਇੱਜ਼ਤ ਕਰਕੇ ਕੁੱਟਦੇ ਮਾਰਦੇ ਲੈ ਕੇ ਜਾਂਦੇ। ਇਸ ਅਵਸਥਾ 'ਚ ਮਹਾਰਾਜ ਫਰਮਾਉਂਦੇ, ਰਾਜ ਰੰਗ ਮਾਲ ਰੰਗ, ਰੰਗ ਰਤਾ ਨੱਚੇ ਨੰਗ, ਨਾਨਕ ਠੱਗਿਆ ਮੁੱਠਾ ਜਾਏ, ਬੈਣ ਨਾਮੇ ਪਤ ਗਿਆ ਗਵਾਈ। ਬਈ ਨਾਮ ਤੋਂ ਬਿਨਾਂ ਮਨਮੁਖ ਬੇਇੱਜ਼ਤ ਹੋ ਕੇ ਜਾਂਦਾ, ਬੇਪੱਤ ਹੋ ਕੇ ਜਾਂਦਾ। ਜਿਹੜੇ ਗੁਰਮੁਖ ਉਹ ਫਿਰ ਇੱਜ਼ਤ ਦੇ ਨਾਲ ਜਾਂਦੇ, ਉਹ ਪੱਤ ਦੇ ਨਾਲ ਜਾਂਦੇ। ਉਹਨਾਂ ਵਾਸਤੇ ਫਿਰ ਇਹ ਐਸਾ ਕੱਪੜਾ ਮਾਲਕ ਦਿੰਦਾ ਹੈ ਪ੍ਰੇਮ ਦਾ, ਬਈ ਜਿਹਦੇ ਕਰਕੇ ਫਿਰ ਸਾਨੂੰ ਬੇਇੱਜ਼ਤ ਨਹੀਂ ਹੋਣਾ ਪੈਂਦਾ। ਤਾਂਹੀਓ ਫਿਰ ਗੁਰਮੁਖਾਂ ਨੇ ਜਦੋਂ ਮਾਲਕ ਕੋਲ ਗਏ ਖੇਲ ਨੂੰ ਜਿੱਤ ਕੇ, ਫਿਰ ਇਸ ਅਵਸਥਾ 'ਚ ਉਹਨਾਂ ਨੇ ਆਖਿਆ, ਪ੍ਰੇਮ ਪਟੋਲਾ ਤੈਸੇ ਦਿੱਤਾ, ਢੱਕਣ ਕੂਬਤ ਮੇਰੀ, ਦਾਨਾ ਬੀਨਾ ਸਾਈਂ ਮੈਂਡਾ, ਨਾਨਕ ਸਾਰ ਨਾ ਜਾਣਾ ਤੇਰੀ। ਬਈ ਤੂੰ ਐਸਾ ਸਾਨੂੰ ਪ੍ਰੇਮ ਦਾ ਜਿਹੜਾ ਨਜ਼ਰਾਨੇ ਵਜੋਂ ਇਹ ਸਾਡੇ 'ਤੇ ਕੱਪੜਾ ਦਿੱਤਾ, ਬਈ ਜਿਹਦੇ ਕਰਕੇ ਸਾਨੂੰ ਨੰਗਿਆ ਨਹੀਂ ਹੋਣਾ ਪਿਆ। ਵੀ ਜਦੋਂ ਅਸੀਂ ਇਸ ਮਾਰਗ ਦੇ ਉੱਤੇ ਚੱਲੇ ਸੀ, ਸਾਡੀ ਇਹਦੇ ਵਿੱਚ ਕੋਈ ਦੁਨਿਆਵੀ ਇੱਛਾ ਨਹੀਂ ਸੀ, ਕੋਈ ਮੰਗ ਨਹੀਂ ਸੀ, ਸਿਰਫ ਪਿਆਰ ਸੀ ਤੇਰੇ ਨਾਲ। ਤੇਰੇ ਨਾਲ ਪਿਆਰ ਹੋਣ ਕਰਕੇ ਤੇਰੇ ਗੁਣ ਗਾਉਂਦੇ ਸੀ,
तेरी वडियाई करते सी, ताइयों भजे फिरते सी थां थां। भी ਉਹਦੇ वास्ते फिर ਜਿਹੜਾ ਤੂੰ ਸਾਨੂੰ प्यार ਦਾ नजराना ਦਿੱਤਾ भी तू साडी इज्जत पत्त रख ली, बई तू सानू नंगिया नहीं होण ਦਿੱਤਾ। फिर इस वास्ते च गुरमुखां ने आखी। ਤੇ ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਸਾਡਾ ਕੋਈ ਵਿੱਚ ਸਵਾਰਥ ਨਹੀਂ ਹੁੰਦਾ, ਫਿਰ ਮਾਲਕ ਆਪਾਂ ਨੂੰ ਇਹ ਰਸਤੇ ਜਮਾਂ ਦੇ ਤੇ ਨਹੀਂ ਜਾਣ ਦਿੰਦਾ, ਫਿਰ ਉਹ ਆਪਣੀ ਇੱਜ਼ਤ ਪੱਤ ਜ਼ਰੂਰ ਰੱਖਦਾ। ਇਉਂ ਮਹਾਰਾਜ ਕਹਿੰਦੇ ਹਰ ਜੂ ਰਾਖ ਲਿਓ ਪੱਤ ਮੇਰੀ, ਜਮ ਕੋ ਤਰਾਸ ਭਇਓ ਰੰਤਰ, ਸ਼ਰਨ ਗਹੀ ਕਿਰਪਾ ਨਿਧ ਤੇਰੀ। ਬਈ ਤੇਰੀ ਸ਼ਰਨ ਦੇ ਵਿੱਚ ਆਏ ਹਾਂ ਵੀ ਹੁਣ ਸਾਡੀ ਇੱਜ਼ਤ ਪੱਤ ਰੱਖ ਲੈ। ਜਦੋਂ ਅਸੀਂ ਉਹਦੀ ਸ਼ਰਨ 'ਚ ਆ ਜਾਵਾਂਗੇ ਤੇ ਸ਼ਰਨ ਦੇ ਵਿੱਚ ਪਿਆਂ ਦੀ ਤਾਂ ਉਹ ਇੱਜ਼ਤ ਰੱਖਦਾ ਹੀ ਹੈ। ਹੁਣ ਸ਼ਰਨ ਦੇ ਵਿੱਚ ਕਿਵੇਂ ਅਸੀਂ ਜਾਣਾ, ਉਹਦੇ ਵਾਸਤੇ ਫਿਰ ਆਪਾਂ ਨੂੰ ਇਹ ਸਿਮਰਨ ਕਹਿੰਦੇ ਮਹਾਰਾਜ ਵੀ ਜਦੋਂ ਅਸੀਂ ਸਿਮਰਨ ਕਰਾਂਗੇ, ਫਿਰ ਅਸੀਂ ਇਹਨਾਂ ਵਿਚਾਰਾਂ ਤੋਂ ਫੁਰਨਿਆਂ ਤੋਂ ਮਨ ਨੂੰ ਰਹਿਤ ਕਰ ਲਾਂਗੇ ਤੇ ਫਿਰ ਅਸੀਂ ਸ਼ਰਨ 'ਚ ਬੈਠ ਜਾਵਾਂਗੇ। ਜਦੋਂ ਸ਼ਰਨ 'ਚ ਬੈਠ ਗਏ ਤੇ ਫਿਰ ਉਹ ਇੱਜ਼ਤ ਪੱਤ ਰੱਖਦਾ ਹੀ ਹੈ ਆਪਣੀ। ਹੁਣ ਕਿਵੇਂ ਅਸੀਂ ਮਾਲਕ ਦੀ ਸ਼ਰਨ 'ਚ ਜਾਣਾ, ਉਹਦੇ ਵਾਸਤੇ ਜੋ ਸਤਿਗੁਰੂ ਆਪਾਂ ਨੂੰ ਸਵਾਸ ਗਿਰਾ ਸਿਮਰਨ ਅਭਿਆਸ ਦੱਸਦੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਜਦੋਂ ਇਹ ਆਪਸ ਸਿਮਰਨ ਕਰਦੇ ਇਹਦੇ ਨਾਲ ਫਿਰ ਆਪਣਾ ਆਪਾ ਜਿਹੜਾ ਇਹ ਖਤਮ ਹੁੰਦਾ, ਸਾਡੀ ਮੱਤ ਹੈ ਜਿਹੜੀ ਇਹ ਮੱਤ ਖਤਮ ਹੁੰਦੀ। ਜਦੋਂ ਸਾਡੀ ਮੱਤ ਖਤਮ ਹੋਏਗੀ ਸਾਨੂੰ ਗੁਰੂ ਤੇ ਸਤਿਗੁਰ ਦੀ ਮੱਤ ਆਏਗੀ। ਜਦੋਂ ਸਾਨੂੰ ਸਤਿਗੁਰ ਦੀ ਮੱਤ ਆ ਗਈ ਫਿਰ ਸਾਡੀ ਉਹ ਅਵਸਥਾ ਬਣ ਜਾਂਦੀ ਜੋ ਮਹਾਰਾਜ ਦੱਸਦੇ ਵੀ ਚਾਹੇ ਦੁੱਖ ਆਵੇ ਚਾਹੇ ਸੁੱਖ ਆਵੇ ਅਸੀਂ ਧਿਆਉਣਾ ਤੈਨੂੰ ਹੀ। ਜੇ ਸਾਨੂੰ ਭੁੱਖ ਵੀ ਹੈ ਤੇ ਭੁੱਖ ਦੇ ਵਿੱਚ ਵੀ ਅਸੀਂ ਤੇਰਾ ਸ਼ੁਕਰ ਕਰਨਾ, ਤੇਰੀ ਵਡਿਆਈ ਕਰਨੀ। ਜਿਸ ਨੂੰ ਮਹਾਰਾਜ ਕਹਿੰਦੇ ਜੇ ਸੁੱਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਤੇ ਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ। ਐਸੀ ਅਵਸਥਾ ਸਾਡੇ ਮਨ ਦੀ ਬਣ ਚ ਬਈ ਜੇ ਦੁੱਖ ਵੀ ਆਵੇ ਉਹ ਦੁੱਖ ਵੀ ਸਾਨੂੰ ਮਾਲਕ ਦੇ ਭਾਣੇ 'ਚ ਸੌਖੀ ਲੱਗੇ। ਉਹ ਤਾਂ ਹੀ ਹੋਏਗਾ ਜੇ ਅਸੀਂ ਸਤਿਗੁਰ ਦੀ ਮੱਤ ਲਈ ਹੋਏਗੀ ਤਾਂ, ਨਹੀਂ ਤਾਂ ਫਿਰ ਸਾਡਾ ਮਨ ਛੋਟੀ ਛੋਟੀ ਗੱਲ 'ਤੇ ਰੋਸ ਕਰਦਾ। ਇਸ ਵਾਸਤੇ ਫਿਰ ਆਪਾਂ ਨੂੰ ਇਹੀਓ ਸਤਿਗੁਰੂ ਸਮੱਤ ਦਿੰਦੇ, ਦੁੱਖ ਸੁੱਖ ਪਿਆਰੇ ਤੁਧ ਤੇ ਆਈ ਇਹ ਸਮੱਤ ਗੁਰੂ ਤੇ ਪਾਈ। ਬਈ ਗੁਰੂ ਨੇ ਸਾਨੂੰ ਇਹ ਸਮੱਤ ਦੇਣੀ ਵੀ ਇਹਨਾਂ ਨੂੰ ਅਸੀਂ ਸੰਸਾਰ ਦੇ ਵਿੱਚ ਦੁੱਖ ਸੁੱਖ ਨੂੰ ਸਮ ਕਰਕੇ ਚੱਲਣਾ, ਇਹਨਾਂ ਤੋਂ ਉੱਪਰ ਉੱਠ। ਜਿਹਨੂੰ ਇਹ ਦੁੱਖ ਸੁੱਖ ਬੰਨ੍ਹ ਨਹੀਂ ਸਕਦਾ ਉਹਨੂੰ ਗਿਆਨੀ ਆਖਿਆ ਗੁਰਬਾਣੀ 'ਚ। ਉਹਨੂੰ ਮਹਾਰਾਜ ਕਹਿੰਦੇ ਤੁਸੀਂ ਜੀਵਨ ਮੁਕਤ ਸਮਝ। ਦੁੱਖ ਸੁੱਖ ਇਹ ਵਾਧੇ ਜੇ ਨਾਹਿਨ ਤਹਿ ਜਾਨੋ ਤੁਮ ਗਿਆਨੀ, ਨਾਨਕ ਮੁਕਤ ਤਾਹੇ ਤੁਮ ਮਾਨੋ ਇਹ ਬਿਧ ਕੋ ਜੋ ਪ੍ਰਾਣੀ। ਜਿਹੜਾ ਪ੍ਰਾਣੀ ਇਸ ਅਵਸਥਾ ਚੱਲਾ ਗਿਆ ਉਹਨੂੰ ਮਹਾਰਾਜ ਕਹਿੰਦੇ ਜੀਵਨ ਮੁਕਤ ਸਮਝ, ਜਿਹਨੂੰ ਇਹ ਸੰਸਾਰ ਦੇ ਦੁੱਖ ਸੁੱਖ ਬੰਨ੍ਹ ਨਹੀਂ ਸਕਦੇ। ਹੁਣ ਇਸ ਵਾਸਤੇ ਗੁਰਮੁਖੋ ਇਹ ਆਪਾਂ ਵੱਧ ਤੋਂ ਵੱਧ ਅਭਿਆਸ ਕਰਨ, ਬਹਿੰਦੇ ਉੱਠਦੇ ਚੱਲਦੇ ਫਿਰਦੇ ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਦੇ ਹਾਂ ਸਹਿਜ ਦੇ ਨਾਲ ਵਿਚਾਰਨਾ ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ, ਅਤੇ ਵੱਧ ਤੋਂ ਵੱਧ ਆਪਾਂ ਸਤਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ, ਉਸੇ ਗਿਆਨ ਨੂੰ ਹੀ ਆਪਾਂ ਦ੍ਰਿੜ ਕਰਦੇ ਵੀ ਸਾਡੇ ਹਿਰਦੇ 'ਚ ਵਸ ਜੀ। ਅਤੇ ਜੋ ਆਪਣਾ ਸਮਾਗਮ ਚੱਲ ਰਿਹਾ ਗੁਰਦੁਆਰਾ ਪ੍ਰਭ ਮਿਲਣੇ ਕੱਚਾ 22 ਤਰੀਕ ਤੋਂ ਸ਼ੁਰੂ ਹੋਇਆ 31 ਤਰੀਕ ਤੱਕ ਚੱਲਣਾ। ਅਤੇ ਕੱਲ੍ਹ ਨੂੰ ਸ਼ਨੀਵਾਰ ਹੈ, ਹਰੇਕ ਸ਼ਨੀਵਾਰ ਆਪਾਂ ਜਾਂਦੇ ਹੀ। ਕੱਲ੍ਹ ਨੂੰ ਵੀ ਆਪਾਂ ਸ਼ਾਮ ਨੂੰ ਉਸੇ ਸਮੇਂ 5 ਵਜੇ ਆਪਾਂ ਸਾਰੀਆਂ ਸੰਗਤਾਂ ਨੇ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ। ਅੱਗੇ ਵੱਧ ਤੋਂ ਵੱਧ ਆਪਾਂ ਸੰਗਤ ਕਰਕੇ ਰੱਬ ਦੇ ਜੀਵਨ ਦਾ ਜੋ ਲਾਹਾ ਹੈ ਇਹ ਆਪਾਂ ਲਾਹਾ ਪ੍ਰਾਪਤ ਕਰੀਏ। ਸੋ ਇੰਨੀਆਂ ਬੇਨਤੀਆਂ ਨੇ, ਇੰਨੇ ਵਿਚਾਰ ਕਰਦਿਆਂ ਹੋਏ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿ